ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਟੌਪਿਕ ਨੂੰ। ਦੇਖੋ, ਆਪਣਾ ਜੋ ਟੌਪਿਕ ਸੀ ਲਰਨਿੰਗ ਡਿਸੇਬਿਲਿਟੀਜ਼, ਉਹ ਆਪਾਂ ਸਟਾਰਟ ਕੀਤਾ ਸੀ ਔਰ ਕੰਪਲੀਟ ਵੀ ਆਪਣਾ ਲਰਨਿੰਗ ਡਿਸੇਬਿਲਿਟੀ ਸੀਡੀਪੀ ਦੇ ਲਈ ਜੋ ਟੌਪਿਕ ਹੈ ਉਹ ਹੋ ਚੁੱਕੇ ਹੈ। ਠੀਕ ਹੈ ਜੀ। ਅਤੇ ਜਿਵੇਂ ਕਿ ਆਪਾਂ ਹਰ ਇੱਕ ਟੌਪਿਕ ਦੇ ਬਿਲਕੁਲ ਲਾਸਟ ਦੇ ਵਿੱਚ ਕੁਛ ਕੁਐਸਚਨਸ ਕਰਦੇ ਹਾਂ, MCQ ਕਰਦੇ ਹਾਂ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣੀ ਜੋ ਤਿਆਰੀ ਹੈ ਉਹ ਕਿਸ ਤਰੀਕੇ ਨਾਲ ਹੋ ਰਹੀ ਹੈ, ਟੌਪਿਕ ਆਪਣਾ ਕਲੀਅਰ ਹੋਇਆ ਜਾਂ ਨਹੀਂ। ਠੀਕ ਹੈ, ਉਹ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਬਿਲਕੁਲ ਇਹ ਟੌਪਿਕ ਕੰਪਲੀਟ ਹੋਣ ਤੋਂ ਬਾਅਦ ਆਪਾਂ ਅੱਜ ਇਸ ਦੇ MCQs ਲੈ ਕੇ ਆਏ ਹਾਂ। ਠੀਕ ਹੈ, ਅਤੇ ਬਿਲਕੁਲ ਇਸ ਦੇ ਇਕੱਲੇ MCQ ਨੂੰ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ, ਕਰਾਂਗੇ। ਮੇਰੇ ਉਹ ਸੋਲਵ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਖੁਦ ਸੋਲਵ ਕਰੋਗੇ ਔਰ ਲਾਸਟ ਦੇ ਵਿੱਚ ਆਪਣੇ ਮਾਰਕਸ ਜ਼ਰੂਰ ਚੈੱਕ ਕਰੋਗੇ। ਠੀਕ ਹੈ, ਕਿ ਮੇਰੇ ਆਊਟ ਆਫ, ਜਿਵੇਂ ਅੱਜ ਆਪਾਂ 20 MCQs ਨੂੰ ਅੱਜ ਆਪਾਂ ਸੋਲਵ ਕਰਨੇ ਕਿ ਮੇਰੇ ਆਊਟ ਆਫ 20 ਕਿੰਨੇ ਮਾਰਕਸ ਬਣਦੇ ਨੇ। ਅਗਰ ਤੁਹਾਡੇ 15+ ਮਾਰਕਸ ਨੇ, ਮਤਲਬ ਤੁਹਾਡਾ ਟੌਪਿਕ ਅੱਛੇ ਤਰੀਕੇ ਨਾਲ ਕਲੀਅਰ ਹੋ ਚੁੱਕਿਆ। ਠੀਕ ਹੈ, ਅਗਰ ਤੁਹਾਡੇ ਫਿਰ ਵੀ ਬਹੁਤ, ਅਗਰ ਆਪਾਂ ਕਹੀਏ ਕਿ ਅੱਛੇ ਮਾਰਕਸ ਨਹੀਂ ਆਏ, ਤਾਂ ਤੁਸੀਂ ਇਸ ਟੌਪਿਕ ਨੂੰ ਦੁਬਾਰਾ ਅੱਛੇ ਤਰੀਕੇ ਨਾਲ ਸਮਝੋ, ਕਲੀਅਰ ਕਰੋ। ਠੀਕ ਹੈ ਜੀ। ਤਾਂ ਬਿਲਕੁਲ ਜੇਕਰ ਹਾਲੇ ਤੱਕ ਤੁਸੀਂ ਬਿਲਕੁਲ ਵੀ ਸਟਾਰਟ ਨਹੀਂ ਕੀਤਾ ਤਿਆਰੀ ਕਰਨਾ, ਤਾਂ ਬਿਲਕੁਲ ਜੋ ਤੁਹਾਨੂੰ ਇਸ ਚੈਨਲ ਦੇ ਉੱਪਰ ਪ੍ਰੋਪਰ ਪਲੇਲਿਸਟ ਮਿਲ ਜਾਣੀ ਹੈ। ਠੀਕ ਹੈ, ਹਰ ਇੱਕ ਸਬਜੈਕਟ ਦੀ ਜੋ ਸਿਲੇਬਸ ਆਪਾਂ ਸਟਾਰਟ ਕਰ ਚੁੱਕੇ ਹਾਂ ਪੀਐਸ ਟੈਟ ਦਾ, ਤੁਹਾਨੂੰ ਇਸ ਚੈਨਲ ਦੇ ਉੱਪਰ ਅਵੇਲੇਬਲ ਨਜ਼ਰ ਆ ਜਾਊਗਾ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ, ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੋ ਨੋਟਸ ਨੇ ਉਹ ਵੀ ਤੁਹਾਨੂੰ ਸੈਂਡ ਕਰ ਦਿੱਤੇ ਜਾਂਦੇ ਨੇ ਟੈਲੀਗ੍ਰਾਮ ਚੈਨਲ ਦੇ ਵਿੱਚ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਤੁਸੀਂ ਉੱਥੇ ਜਾ ਕੇ ਆਪਣੇ ਨੋਟਸ ਵੀ ਲੈ ਸਕਦੇ ਹੋ। ਤਾਂ ਬਿਲਕੁਲ ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ, ਜਿਹਦਾ ਨਾਮ ਹੈ ਲਰਨਿੰਗ ਡਿਸੇਬਿਲਿਟੀਜ਼ ਦੇ ਕੁਛ ਆਪਾਂ ਕੁਐਸਚਨਸ ਕਰਨੇ ਆ, ਦੇਖਦੇ ਹਾਂ ਇਸ ਨੂੰ। ਠੀਕ ਹੈ ਜੀ। ਤਾਂ ਬਿਲਕੁਲ ਜੋ ਫਸਟ ਵਨ ਹੈ, ਫਸਟ ਕੁਐਸਚਨ ਆਪਾਂ ਕਹਿ ਸਕਦੇ ਹਾਂ ਆਪਣੇ ਲਈ ਕਿਹੜਾ ਹੈ। ਫਸਟ ਟੌਪਿਕ ਹੈ ਲਰਨਿੰਗ ਡਿਸੇਬਿਲਿਟੀਜ਼ ਇਨ ਮੋਟਰ ਸਕਿੱਲ ਇਜ਼ ਕੋਲਡ। ਹੁਣ ਆਪਾਂ ਨੂੰ ਪਹਿਲੀ ਗੱਲ ਤਾਂ ਹਰ ਇੱਕ ਡਿਸੇਬਿਲਿਟੀ ਦਾ ਨੇਮ ਚੰਗੇ ਤਰੀਕੇ ਨਾਲ ਪੱਕਾ ਹੋਣਾ ਚਾਹੀਦਾ, ਇਸ ਲਈ ਆਪਾਂ ਵਾਰ-ਵਾਰ ਇੱਕ ਤਰੀਕੇ ਨਾਲ ਕਹਿ ਸਕਦੇ ਕਿ ਰਿਵਾਈਜ਼ ਕਰਾਂਗੇ ਕਿ ਹਾਂਜੀ ਇਸ ਡਿਸੇਬਿਲਿਟੀ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਹੁਣ ਫਸਟ ਕੁਐਸਚਨ ਆਪਣਾ ਕਿਹੜਾ ਕਿ ਲਰਨਿੰਗ ਡਿਸੇਬਿਲਿਟੀ ਜੇਕਰ ਮੋਟਰ ਸਕਿੱਲ ਦੇ ਵਿੱਚ ਆਪਾਂ ਸਹੀ ਤਰੀਕੇ ਨਾਲ ਆਪਣੀ ਐਕਟੀਵਿਟੀਜ਼ ਨੂੰ ਪਰਫੋਰਮ ਨਹੀਂ ਕਰ ਪਾਉਂਦੇ, ਤਾਂ ਉਸ ਲਰਨਿੰਗ ਡਿਸੇਬਿਲਿਟੀ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਹੁਣ ਮੋਟਰ ਸਕਿੱਲਸ ਤੋਂ ਮਤਲਬ ਕੀ ਹੋ ਜਾਂਦਾ ਇੱਥੇ ਆਪਣਾ, ਮੋਟਰ ਸਕਿੱਲ ਦਾ ਮਤਲਬ ਹੁੰਦਾ ਦੇਖੋ ਆਪਣੀ ਫਿਜ਼ੀਕਲ ਐਕਟੀਵਿਟੀਜ਼ ਨਾਲ ਰਿਲੇਟਡ। ਠੀਕ ਹੈ, ਹੁਣ ਮੋਟਰ ਸਕਿੱਲ ਜੋ ਹੁੰਦੀਆਂ ਉਹ ਦੋ ਟਾਈਪਸ ਦੀਆਂ ਹੁੰਦੀਆਂ। ਅਗਰ ਆਪਾਂ ਗੱਲ ਕਰੀਏ ਜੋ ਆਪਣੀਆਂ ਮੋਟਰ ਸਕਿੱਲਸ ਹੁੰਦੀਆਂ, ਉਹ ਕਿਹੜੀਆਂ ਮੋਟਰ ਸਕਿੱਲਸ ਹੁੰਦੀਆਂ, ਦੋ ਟਾਈਪਸ ਦੀਆਂ ਹੁੰਦੀਆਂ। ਇੱਕ ਹੁੰਦੀਆਂ ਗ੍ਰੋਸ ਮੋਟਰ ਸਕਿੱਲਸ, ਇੱਕ ਹੁੰਦੀਆਂ ਫਾਈਨ ਮੋਟਰ ਸਕਿੱਲ। ਔਰ ਇਹ ਆਪਾਂ ਪੂਰਾ ਡਿਟੇਲ ਦੇ ਵਿੱਚ ਪੜ੍ਹਿਆ ਹੋਇਆ, ਇੱਕ ਵਾਰੀ ਤੁਹਾਡਾ ਰਿਵੀਜ਼ਨ ਹੋ ਜਾਣਾ। ਗ੍ਰੋਸ ਮੋਟਰ ਸਕਿੱਲ ਦੇ ਵਿੱਚ ਜੋ ਆਪਾਂ ਬੜੇ ਮਸਲਸ ਨੂੰ ਯੂਜ਼ ਕਰਦੇ ਹਾਂ, ਲਾਈਕ ਰਨਿੰਗ ਕਰਨਾ, ਉੱਥੇ ਆਪਾਂ ਆਪਣੀਆਂ ਲੱਤਾਂ ਦਾ ਯੂਜ਼ ਕਰ ਰਹੇ ਹਾਂ, ਲੈਗਸ ਦਾ ਯੂਜ਼ ਕਰ ਰਹੇ ਹਾਂ, ਆਰਮਸ ਦਾ ਯੂਜ਼ ਕਰਦੇ ਹਾਂ ਕਿਸੇ ਐਕਟੀਵਿਟੀ ਦੇ ਵਿੱਚ, ਮਤਲਬ ਆਪਣੀਆਂ ਵੱਡੀਆਂ ਮਸਲਸ ਦਾ ਯੂਜ਼ ਕਰਨਾ। ਫਾਈਨ ਮੋਟਰ ਸਕਿੱਲ ਆਪਣੀਆਂ ਛੋਟੀਆਂ ਮਸਲਸ ਦਾ ਯੂਜ਼ ਕਰਨਾ, ਲਾਈਕ ਫਿੰਗਰਸ ਹੋ ਗਿਆ। ਠੀਕ ਹੈ, ਅਗਰ ਆਪਾਂ ਕੁਛ ਰਾਈਟਿੰਗ ਕਰ ਰਹੇ ਹਾਂ, ਡਰਾਇੰਗ ਕਰ ਰਹੇ ਹਾਂ, ਲਿਖ ਰਹੇ ਹਾਂ, ਕੋਆਰਡੀਨੇਸ਼ਨ ਬਣਾ ਕੇ ਲਿਖ ਰਹੇ ਹਾਂ, ਆਈ ਹੈਂਡ ਕੋਆਰਡੀਨੇਸ਼ਨ ਬਣਾ ਰਹੇ ਹਾਂ, ਤਾਂ ਉੱਥੇ ਆਪਣੇ ਫਾਈਨ ਮੋਟਰ ਸਕਿੱਲਸ ਦਾ ਯੂਜ਼ ਹੁੰਦਾ। ਜੇਕਰ ਆਪਾਂ ਕਿਸੇ ਕਾਰਨ ਸਹੀ ਤਰੀਕੇ ਨਾਲ ਕੋਆਰਡੀਨੇਸ਼ਨ ਨਹੀਂ ਬਣਾ ਪਾ ਰਹੇ, ਲਾਈਕ ਆਈ ਹੈਂਡ ਕੋਆਰਡੀਨੇਸ਼ਨ ਨਹੀਂ ਬਣਾ ਪਾ ਰਹੇ। ਠੀਕ ਹੈ, ਜਿਵੇਂ ਆਪਣੇ ਕੋਈ ਵੀ ਕੰਮ ਹੈ ਜਿਹਦੇ ਵਿੱਚ ਆਪਾਂ ਨੂੰ ਪ੍ਰੋਪਰ ਛੋਟੇ ਮਸਲਸ ਦਾ ਯੂਜ਼ ਕਰਨਾ ਪੈਂਦਾ, ਜਿਵੇਂ ਲਿਖਣ ਟਾਈਮ ਆਪਾਂ ਨੂੰ ਆਪਣੇ ਆਈਜ਼ ਦਾ ਅਤੇ ਹੈਂਡ ਦਾ ਯੂਜ਼ ਕਰਨਾ ਪੈਂਦਾ ਕੋਆਰਡੀਨੇਸ਼ਨ ਬਣਾ ਕੇ, ਉਹ ਨਹੀਂ ਬਣਾ ਪਾਉਂਦੇ, ਜਾਂ ਫਿਰ ਕਿਸੇ ਕਾਰਨ ਆਪਾਂ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਸਹੀ ਫਿੱਟ ਨਹੀਂ ਹੈਗੇ ਆਪਾਂ। ਠੀਕ ਹੈ, ਤਾਂ ਉਸ ਦੇ ਵਿੱਚ ਮਤਲਬ ਕਿ ਆਪਾਂ ਕਿਸੇ ਨਾ ਕਿਤੇ ਸਫਰ ਕਰ ਰਹੇ ਹਾਂ ਕਿਤੇ ਤੋਂ ਮੋਟਰ ਸਕਿੱਲਸ ਦੇ ਨਾਲ ਜੋ ਡਿਸੇਬਿਲਿਟੀ ਰਿਲੇਟਡ ਹੈ ਉਸ ਤੋਂ। ਠੀਕ ਹੈ, ਤਾਂ ਹੁਣ ਦੇਖ ਲੈਂਦੇ ਕਿਹੜੀਆਂ ਡਿਸੇਬਿਲਿਟੀਜ਼ ਇਹਦੇ ਵਿੱਚ ਆਉਂਦੀਆਂ ਨੇ। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਹੈ ਡਿਸਫੇਜ਼ੀਆ। ਤਾਂ ਪਹਿਲਾਂ ਤਾਂ ਦੇਖ ਲੈਂਦੇ ਡਿਸਫੇਜ਼ੀਆ ਦਾ ਮਤਲਬ ਕੀ ਹੁੰਦਾ। ਡਿਸਫੇਜ਼ੀਆ ਨੂੰ ਤੁਸੀਂ ਯਾਦ ਕਿਵੇਂ ਰੱਖ ਸਕਦੇ ਹੋ, ਅਫੇਜ਼ੀਆ ਨਾਲ ਲਿੰਕ ਕਰਕੇ ਤੁਸੀਂ ਯਾਦ ਰੱਖ ਸਕਦੇ ਹੋ, ਕਿਉਂਕਿ ਜਦੋਂ ਆਪਾਂ ਡਿਸੇਬਿਲਿਟੀਜ਼ ਪੜ੍ਹੀਆਂ ਸੀ ਤਾਂ ਡਿਸਫੇਜ਼ੀਆ ਅਤੇ ਅਫੇਜ਼ੀਆ ਦੋਨੋਂ ਹੀ ਕੀ ਸੀ, ਲੈਂਗੁਏਜ ਰਿਗਾਰਡਿੰਗ ਡਿਸਆਰਡਰ ਸੀ। ਮਤਲਬ ਜਦੋਂ ਆਪਾਂ ਆਪਣੀ ਲੈਂਗੁਏਜ ਨੂੰ ਸਹੀ ਤਰੀਕੇ ਨਾਲ ਕਮਿਊਨੀਕੇਸ਼ਨ ਨਹੀਂ ਕਰ ਪਾਉਂਦੇ ਸਹੀ ਤਰੀਕੇ ਨਾਲ। ਠੀਕ ਹੈ, ਲੈਂਗੁਏਜ ਰਿਗਾਰਡਿੰਗ ਜੋ ਡਿਸੇਬਿਲਿਟੀ ਸੀ ਉਸਨੂੰ ਆਪਾਂ ਡਿਸਫੇਜ਼ੀਆ ਜਾਂ ਅਫੇਜ਼ੀਆ ਦੇ ਨਾਮ ਨਾਲ ਵੀ ਜਾਣਦੇ ਸੀ। ਤਾਂ ਬਿਲਕੁਲ ਤੁਸੀਂ ਇਹਨਾਂ ਦੋਨੋਂ ਨੂੰ ਆਪਸ 'ਚ ਰਿਲੇਟ ਕਰਕੇ ਇਹਨਾਂ ਨੂੰ ਯਾਦ ਕਰ ਸਕਦੇ ਹੋ। ਸੋ ਆਪਣਾ ਇਹ ਆਪਸ਼ਨ ਤਾਂ ਨਹੀਂ ਹੋਏਗਾ, ਕਿਉਂਕਿ ਇੱਥੇ ਮੋਟਰ ਸਕਿੱਲਸ ਦੀ ਗੱਲ ਕੀਤੀ ਹੈ, ਨਾ ਕਿ ਲੈਂਗੁਏਜ ਦੀ ਗੱਲ ਕੀਤੀ ਹੈ। ਸੈਕਿੰਡ ਅਗਰ ਆਪਾਂ ਗੱਲ ਕਰੀਏ, ਸੀ ਆਪਸ਼ਨ ਤੁਹਾਡੇ ਸਾਹਮਣੇ ਹੈ ਡਿਸਕੈਲਕੁਲੀਆ। ਤਾਂ ਕੈਲਕੁਲੀਆ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਡਿਸਕੈਲਕੁਲੀਆ ਦਾ ਮਤਲਬ ਹੋ ਗਿਆ ਕੈਲਕੁਲੀਆ, ਤਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖੋ ਕਿ ਮੈਥ ਨਾਲ ਰਿਲੇਟਡ ਹੈ, ਕੈਲਕੂਲੇਸ਼ਨ ਨਾਲ ਰਿਲੇਟਡ ਹੈ। ਠੀਕ ਹੈ, ਹੁਣ ਕੈਲਕੂਲੇਸ਼ਨ ਕਿਹਦੇ ਵਿੱਚ ਹੁੰਦੀ ਹੈ, ਮੈਥ ਦੇ ਵਿੱਚ ਹੁੰਦੀ ਹੈ। ਮਤਲਬ ਜੋ ਬੱਚੇ ਕਿਤੇ ਨਾ ਕਿਤੇ ਵੀਕ ਹੁੰਦੇ ਆ ਮੈਥ ਦੇ ਵਿੱਚ, ਇੱਥੇ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਸੋ ਦਿਸ ਇਜ਼ ਆਲਸੋ ਨੋਟ ਅਵਰ ਆਂਸਰ। ਅੱਗੇ ਅਗਰ ਆਪਾਂ ਗੱਲ ਕਰੀਏ ਡਿਸਪ੍ਰੈਕਸੀਆ, ਤਾਂ ਬਿਲਕੁਲ ਆਪਣਾ ਰਾਈਟ ਆਪਸ਼ਨ ਕੀ ਹੈ, ਡਿਸਪ੍ਰੈਕਸੀਆ ਹੈ। ਸੀ ਆਪਸ਼ਨ ਇੱਥੇ ਆਪਣਾ ਰਾਈਟ ਹੈ। ਠੀਕ ਹੈ, ਸਹੀ ਆਪਸ਼ਨ ਕਿਹੜਾ ਆਪਣਾ ਸੀ ਆਪਸ਼ਨ ਹੈ, ਕਿਉਂਕਿ ਜਦੋਂ ਆਪਣੀ ਮੋਟਰ ਸਕਿੱਲਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਿਫੀਕਲਟੀ ਹੁੰਦੀ ਹੈ ਗ੍ਰੋਥ ਦਾ ਫਾਈਨ ਦੇ ਵਿੱਚ, ਤਾਂ ਉਸ ਡਿਸੇਬਿਲਿਟੀ ਨੂੰ ਆਪਾਂ ਕੀ ਬੋਲਦੇ ਹਾਂ, ਡਿਸਪ੍ਰੈਕਸੀਆ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਲਾਸਟ ਵੀ ਇੱਕ ਵਾਰੀ ਦੇਖ ਲੈਂਦੇ ਹਾਂ ਡਿਸਲੈਕਸੀਆ। ਡਿਸਲੈਕਸੀਆ ਹੁੰਦਾ ਜੀ ਰੀਡਿੰਗ ਡਿਸਆਰਡਰ। ਰੀਡਿੰਗ ਡਿਸਆਰਡਰ ਮੀਨ ਟੂ ਸੇ ਜਦੋਂ ਬੱਚਾ ਸਹੀ ਤਰੀਕੇ ਨਾਲ ਰੀਡਿੰਗ ਨਹੀਂ ਕਰ ਪਾਉਂਦਾ, ਪੜ੍ਹ ਨਹੀਂ ਪਾਉਂਦਾ। ਠੀਕ ਹੈ, ਰੀਡਿੰਗ ਡਿਸਆਰਡਰ ਹੁੰਦਾ, ਸਾਹ ਨੂੰ ਆਵਾਜ਼ ਪੜ੍ਹ ਰਿਹਾ। ਠੀਕ ਹੈ, ਤਾਂ ਉੱਥੇ ਕੀ ਹੋ ਜਾਏਗਾ, ਉਸ ਨੂੰ ਡਿਸਲੈਕਸੀਆ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਬਿਲਕੁਲ ਜੋ ਆਪਣਾ ਰਾਈਟ ਆਪਸ਼ਨ ਹੈ ਆਪਸ਼ਨ ਸੀ ਬੀ, ਸੋਰੀ ਤੁਸੀਂ ਇੱਥੇ ਬੀ, ਹਾਂਜੀ। ਤਾਂ ਬਿਲਕੁਲ ਜੋ ਆਪਣਾ ਰਾਈਟ ਆਪਸ਼ਨ ਹੈ ਉਹ ਕੀ ਹੈ, ਆਪਸ਼ਨ ਬੀ। ਠੀਕ ਹੈ, ਹੁਣ ਅਗਰ ਆਪਾਂ ਇਸ ਤੋਂ ਬਾਅਦ ਗੱਲ ਕਰੀਏ
ਵੇਟ ਸੈਕਿੰਡ ਕੁਐਸਚਨ ਜੋ ਹੈ ਆਪਣਾ ਉਹ ਕਿਹੜਾ ਹੈ, ਤੁਹਾਡੇ ਸਾਹਮਣੇ ਹੈ ਸੈਕਿੰਡ ਕੁਐਸਚਨ। ਹੁਣ ਦੇਖੋ ਸੈਕਿੰਡ ਕੁਐਸਚਨ ਦੇ ਵਿੱਚ ਤੁਸੀਂ ਕੁਐਸਚਨ ਨੂੰ ਖੁਦ ਧਿਆਨ ਨਾਲ ਪੜ੍ਹੋ ਅਤੇ ਇਹਦੇ ਵਿੱਚ ਕੀ ਕਿਹਾ ਹੋਇਆ ਆਪਾਂ ਨੂੰ। ਸਭ ਤੋਂ ਪਹਿਲਾਂ ਇੱਕ ਕਿਹਾ ਹੋਇਆ ਕਿ ਬੱਚਾ ਸਹੀ ਤਰੀਕੇ ਨਾਲ ਨਹੀਂ ਲਿਖ ਪਾ ਰਿਹਾ, ਠੀਕ ਹੈ, ਉਸਦੀ ਜੋ ਅਬਿਲਿਟੀ ਹੈ ਲਿਖਣ ਦੀ ਉਹ ਅੱਛੀ ਨਹੀਂ ਹੈ। ਸੈਕਿੰਡ ਇਹਨਾਂ ਨੇ ਦਿੱਤਾ ਹੋਇਆ ਐਸੋਸੀਏਟਡ ਵਿਦ ਦ ਇੰਪੇਅਰਡ ਹੈਂਡਰਾਈਟਿੰਗ, ਦੂਸਰਾ ਇਹਨਾਂ ਨੇ ਕਿਹਾ ਵੀ ਉਸਦੀ ਹੈਂਡਰਾਈਟਿੰਗ ਵੀ ਅੱਛੀ ਨਹੀਂ ਹੈ, ਠੀਕ ਹੈ। ਤਾਂ ਇਹ ਦੋਨੋਂ ਕਿਸ ਦੇ ਸਿੰਪਟਮਸ ਹੋ ਗਏ, ਸਿੰਪਟਮਸ ਮਤਲਬ ਕਿਸ ਦੀਆਂ ਨਿਸ਼ਾਨੀਆਂ ਹੋ ਗਈਆਂ, ਠੀਕ ਹੈ। ਸਿੰਪਟਮਸ ਕਿਹਦੇ ਨੇ, ਹੁਣ ਬੱਚਾ ਸਹੀ ਤਰੀਕੇ ਨਾਲ ਲਿਖ ਨਹੀਂ ਪਾ ਰਿਹਾ, ਉਸਦੀ ਹੈਂਡਰਾਈਟਿੰਗ ਵੀ ਅੱਛੀ ਨਹੀਂ ਹੈ, ਮਤਲਬ ਬੱਚਾ ਕਿਹੜੇ ਡਿਸਆਰਡਰ ਨਾਲ ਸਫਰ ਕਰ ਰਿਹਾ ਹੈ, ਡਿਸਗ੍ਰਾਫੀਆ ਨਾਲ, ਠੀਕ ਹੈ। ਡਿਸਗ੍ਰਾਫੀਆ ਮੈंने ਕਿੱਦਾਂ ਬੋਲਿਆ, ਦੇਖੋ ਰਾਈਟਿੰਗ ਦੇਖੋ ਜਦੋਂ ਬੱਚਾ ਸਹੀ ਤਰੀਕੇ ਨਾਲ ਲਿਖ ਨਹੀਂ ਪਾ ਰਿਹਾ ਔਰ ਉਸਦੀ ਰਾਈਟਿੰਗ ਵੀ ਅੱਛੀ ਨਹੀਂ ਹੈ, ਮਤਲਬ ਉਸਦਾ ਜੋ ਡਿਸਆਰਡਰ ਹੈ ਉਹ ਕਿਹੜਾ ਹੋਏਗਾ, ਰਾਈਟਿੰਗ ਡਿਸਆਰਡਰ ਹੋਏਗਾ, ਠੀਕ ਹੈ। ਰਾਈਟਿੰਗ ਡਿਸਆਰਡਰ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਬੱਚਾ ਸਹੀ ਤਰੀਕੇ ਨਾਲ ਨਹੀਂ ਲਿਖ ਪਾ ਰਿਹਾ, ਮਤਲਬ ਰਾਈਟਿੰਗ ਡਿਸਆਰਡਰ ਹੈ ਉਸਨੂੰ, ਠੀਕ ਹੈ। ਹੁਣ ਰਾਈਟਿੰਗ ਡਿਸਆਰਡਰ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ, ਵੈਸੇ ਤਾਂ ਮੈਂ ਤੁਹਾਨੂੰ ਆਨਸਰ ਦੱਸ ਹੀ ਦਿੱਤਾ ਕਿ ਡਿਸਗ੍ਰਾਫੀਆ, ਬਟ ਸਟਿਲ ਬਾਕੀਆਂ ਨੂੰ ਵੀ ਇੱਕ ਵਾਰੀ ਦੇਖ ਲੈਂਦੇ ਹਾਂ। ਤਾਂ ਬਿਲਕੁਲ ਰਾਈਟ ਆਪਸ਼ਨ ਆਪਣਾ ਕੀ ਹੋਏਗਾ, ਡਿਸਗ੍ਰਾਫੀਆ ਹੋਏਗਾ, ਕਿ ਰਾਈਟਿੰਗ ਡਿਸਆਰਡਰ ਨੂੰ ਆਪਾਂ ਹੋਰ ਕਿਹੜੇ ਨਾਮ ਨਾਲ ਜਾਣਦੇ ਹਾਂ, ਡਿਸਗ੍ਰਾਫੀਆ ਦੇ ਨਾਮ ਨਾਲ ਜਾਣਦੇ ਹਾਂ। ਜੋ ਬਾਕੀ ਆਪਸ਼ਨਸ ਨੇ, ਡਿਸਲੈਕਸੀਆ ਕਿਹੜਾ ਆਰਡਰ ਹੁੰਦਾ ਜੀ, ਰੀਡਿੰਗ ਡਿਸਆਰਡਰ ਹੁੰਦਾ। ਮੈਂ ਬਾਰ-ਬਾਰ ਕਿਉਂ ਰਿਪੀਟ ਕਰ ਰਹੀ ਹਾਂ, ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਬਿਲਕੁਲ ਹੀ ਬੈਠ ਜਾਣ ਹਰ ਇੱਕ ਡਿਸੇਬਿਲਿਟੀ ਦਾ ਨਾਮ। ਡਿਸਪ੍ਰੈਕਸੀਆ ਕੀ ਹੁੰਦਾ, ਜੋ ਕਿ ਆਪਾਂ ਹੁਣੀ ਕਰਕੇ ਆਏ ਹਾਂ, ਮੋਟਰ ਸਕਿੱਲਸ ਨਾਲ ਰਿਲੇਟਡ ਹੁੰਦਾ। ਔਰ ਡਿਸਕੈਲਕੂਲੀਆ ਕੀ ਹੁੰਦਾ, ਮੈਥਮੈਟਿਕਸ ਦੇ ਵਿੱਚ ਕੈਲਕੂਲੇਸ਼ਨਸ ਦੇ ਵਿੱਚ ਜਦੋਂ ਬੱਚੇ ਨੂੰ ਆਪਾਂ ਕਹਿ ਸਕਦੇ ਕਿ ਨਹੀਂ ਅੱਛਾ ਪਰਫੋਰਮ ਕਰ ਪਾਉਂਦਾ, ਮੈਥ ਡਿਸੇਬਿਲਿਟੀ ਆਪਾਂ ਬੋਲ ਸਕਦੇ ਹਾਂ ਡਿਸਕੈਲਕੂਲੀਆ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਕੁਐਸਚਨ ਤੁਹਾਡੇ ਸਾਹਮਣੇ ਹੈ, ਲਰਨਿੰਗ ਡਿਸੇਬਿਲਿਟੀ ਇਨ ਮੈਥਮੈਟਿਕਸ। ਹੁਣ ਮੈਥਮੈਟਿਕਸ ਦੇ ਵਿੱਚ ਲਰਨਿੰਗ ਡਿਸੇਬਿਲਿਟੀ ਹੈ, ਮਤਲਬ ਇੱਥੇ ਕਿਹੜੀ ਡਿਸੇਬਿਲਿਟੀ ਦੀ ਗੱਲ ਕੀਤੀ ਗਈ ਹੈ, ਡਿਸਕੈਲਕੂਲੀਆ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਇੱਥੇ ਕਿਹਦੀ ਗੱਲ ਕੀਤੀ ਗਈ ਹੈ, ਡਿਸਕੈਲਕੂਲੀਆ ਦੀ ਗੱਲ ਕੀਤੀ ਗਈ ਹੈ। ਦੇਖ ਲੈਂਦੇ ਹਾਂ, ਲਰਨਿੰਗ ਡਿਸੇਬਿਲਿਟੀ ਇਨ ਮੈਥਮੈਟਿਕਸ, ਠੀਕ ਹੈ ਜੀ, ਕੈਨ ਵੀ ਅਸਿਸਟ ਮੋਸਟ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਕਹਿੰਦੇ ਜੋ ਲਰਨਿੰਗ ਡਿਸੇਬਿਲਿਟੀ ਹੈ ਮੈਥਮੈਟਿਕਸ ਦੇ, ਫੋਰ ਐਗਜ਼ਾਮਪਲ ਕਿਸੇ ਸਟੂਡੈਂਟ ਨੂੰ, ਤੁਹਾਡੇ ਕਲਾਸ ਦੇ ਵਿੱਚ ਕੋਈ ਬੱਚਾ ਹੈ ਜੋ ਕਿ ਮੈਥ ਦੇ ਵਿੱਚ ਅੱਛਾ ਪਰਫੋਰਮ ਨਹੀਂ ਕਰ ਪਾ ਰਿਹਾ, ਤੁਸੀਂ ਉਸ ਦੀ ਮੁਲਾਂਕਣ ਕਰਨਾ ਹੈ, ਠੀਕ ਹੈ। ਤਾਂ ਤੁਸੀਂ ਉਸਦਾ ਕਿਸ ਤਰੀਕੇ ਨਾਲ ਉਸਦੀ ਮੈਥ ਦੀ ਅਯੋਗਤਾ ਨੂੰ ਤੁਸੀਂ ਚੈੱਕ ਕਰੋਗੇ, ਮੁਲਾਂਕਣ ਕਰੋਗੇ, ਦੇਖੋਗੇ ਕਿ ਕਿਉਂ ਨਹੀਂ ਕਰ ਪਾ ਰਿਹਾ, ਇਸਦੇ ਵੀਕ ਪੁਆਇੰਟਸ ਆਪਾਂ ਲੱਭਾਂਗੇ। ਹੁਣ ਅਗਰ ਕੋਈ ਸਟੂਡੈਂਟ ਮੈਥ ਦੇ ਵਿੱਚ ਅੱਛੇ ਤਰੀਕੇ ਨਾਲ ਪਰਫੋਰਮ ਨਹੀਂ ਕਰ ਪਾ ਰਿਹਾ, ਤਾਂ ਇਹਦਾ ਮਤਲਬ ਕੀ ਹੋਏਗਾ, ਕਿਤੇ ਨਾ ਕਿਤੇ ਉਸਦਾ ਕੋਈ ਨਾ ਕੋਈ ਵੀਕ ਪੁਆਇੰਟ ਹੋਏਗਾ, ਜਿਸ ਦੇ ਕਰਕੇ ਉਹ ਅੱਛੇ ਤਰੀਕੇ ਨਾਲ ਮੈਥ ਦੇ ਵਿੱਚ ਪਰਫੋਰਮ ਨਹੀਂ ਕਰ ਪਾ ਰਿਹਾ ਔਰ ਉਸਨੂੰ ਮੈਥਮੈਟਿਕ ਡਿਸਆਰਡਰ ਹੈ, ਠੀਕ ਹੈ। ਤਾਂ ਉੱਥੇ ਆਪਾਂ ਕਿਹੜਾ ਟੈਸਟ ਲਵਾਂਗੇ, ਕਿਸ ਟੈਸਟ ਦੇ ਅਕੋਰਡਿੰਗ, ਦੇਖੋ 4 ਟੈਸਟ ਤੁਹਾਨੂੰ ਆਪਸ਼ਨ ਦੇ ਵਿੱਚ ਗਿਵਨ ਨੇ, ਕਿ ਇਹਨਾਂ 4 ਦੇ ਵਿੱਚ ਕਿਹੜਾ ਟੈਸਟ ਜ਼ਿਆਦਾ ਸੂਟੇਬਲ ਹੋਏਗਾ ਇਸ ਅਯੋਗਤਾ ਨੂੰ ਦੇਖਣ ਲਈ, ਇਸ ਅਯੋਗਤਾ ਦਾ ਮੁਲਾਂਕਣ ਕਰਨ ਲਈ। ਸਮਝ ਆ ਗਿਆ, ਪਹਿਲਾਂ ਤਾਂ ਕੁਐਸਚਨ ਸਮਝਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਆਪਸ਼ਨ ਦੇਖਦੇ ਹਾਂ। ਇਹ ਆਪਸ਼ਨ ਕੀ ਹੈ, ਐਪਟੀਟਿਊਡ ਟੈਸਟ। ਐਪਟੀਟਿਊਡ ਟੈਸਟ ਕਿਉਂ ਲਿਆ ਜਾਂਦਾ, ਐਪਟੀਟਿਊਡ ਟੈਸਟ ਹੁੰਦਾ ਕਿਸੇ ਦੀ ਅਬਿਲਿਟੀ ਨੂੰ ਚੈੱਕ ਕਰਨਾ, ਬਟ ਇੱਥੇ ਆਪਾਂ ਕੀ ਕਰ ਰਹੇ ਹਾਂ, ਅਬਿਲਿਟੀ ਨਹੀਂ ਚੈੱਕ ਕਰ ਰਹੇ, ਇੱਥੇ ਆਪਾਂ ਬੱਚੇ ਦਾ ਵੀਕ ਪੁਆਇੰਟ ਲੱਭਣਾ ਚਾਹੁੰਦੇ ਹਾਂ, ਰੀਜ਼ਨ ਲੱਭਣਾ ਚਾਹੁੰਦੇ ਹਾਂ, ਠੀਕ ਹੈ। ਤਾਂ ਫਸਟ ਆਪਸ਼ਨ ਤਾਂ ਆਪਣਾ ਨਹੀਂ ਰਹੇਗਾ, ਠੀਕ ਹੈ, ਕਿਉਂਕਿ ਅਬਿਲਿਟੀ ਤਾਂ ਆਪਾਂ ਨੂੰ ਪਤਾ ਹੈ ਕਿ ਬੱਚਾ ਸਹੀ ਤਰੀਕੇ ਨਾਲ, ਬੱਚੇ ਦੀ ਅਬਿਲਿਟੀ ਜੋ ਹੈ ਮੈਥਮੈਟਿਕਸ ਦੇ ਵਿੱਚ ਨਹੀਂ ਹੈ, ਠੀਕ ਹੈ। ਸੈਕਿੰਡ ਅਗਰ ਆਪਾਂ ਗੱਲ ਕਰੀਏ, ਬੀ ਆਪਸ਼ਨ ਹੈ ਡਾਇਗਨੋਸਟਿਕ ਟੈਸਟ, ਠੀਕ ਹੈ। ਡਾਇਗਨੋਸਟਿਕ ਟੈਸਟ ਦਾ ਮਤਲਬ ਕੀ ਹੁੰਦਾ ਕਿ ਆਪਾਂ ਟੈਸਟ ਲੈ ਕੇ ਦੇਖਣਾ ਕਿ ਹਾਂਜੀ ਇਹ ਬੱਚੇ ਸਹੀ ਤਰੀਕੇ ਨਾਲ ਪਰਫੋਰਮ ਕਰ ਪਾ ਰਹੇ ਆ ਜਾਂ ਨਹੀਂ, ਜੇ ਨਹੀਂ ਕਰ ਪਾ ਰਹੇ ਤਾਂ ਉਸਦੇ ਕਾਰਨ ਕੀ ਨੇ। ਫੋਰ ਐਗਜ਼ਾਮਪਲ ਆਪਾਂ ਕਿਸੇ ਬੱਚੇ ਦਾ ਟੈਸਟ ਲੈਂਦੇ ਹਾਂ ਸਿਰਫ ਇਹ ਦੇਖਣ ਲਈ, ਕਿਸੇ ਟੌਪਿਕ ਦੇ ਰਿਗਾਰਡਿੰਗ ਇਹ ਦੇਖਣ ਲਈ ਕਿ ਪਹਿਲੀ ਗੱਲ ਤਾਂ ਬੱਚੇ ਦੇ ਟੌਪਿਕ ਕਲੀਅਰ ਹੋਇਆ ਜਾਂ ਨਹੀਂ, ਜੇ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ, ਕਿੱਥੇ ਕਿੱਥੇ ਉਹ ਗਲਤੀ ਕਰ ਰਿਹਾ, ਠੀਕ ਹੈ। ਤਾਂ ਬਿਲਕੁਲ ਹੋ ਸਕਦਾ ਇਹ ਰਾਈਟ ਆਪਸ਼ਨ ਹੋਵੇ, ਇਸ ਨੂੰ ਇੱਕ ਵਾਰੀ ਰੱਖ ਲੈਂਦੇ ਹਾਂ। ਸੀ ਆਪਸ਼ਨ ਆਪਾਂ ਦੇਖ ਪਾ ਰਹੇ ਸਕਰੀਨਿੰਗ ਟੈਸਟ। ਸਕਰੀਨਿੰਗ ਟੈਸਟ ਕੀ ਹੁੰਦਾ, ਜਿਨ੍ਹਾਂ ਨੂੰ ਡਿਸਆਰਡਰ ਹੈ, ਠੀਕ ਹੈ, ਉਹਨਾਂ ਦੇ ਵਿੱਚ ਇੰਪਰੂਵਮੈਂਟ ਹੋਈ ਹੈ ਜਾਂ ਨਹੀਂ ਉਹ ਦੇਖਣ ਲਈ। ਮਤਲਬ ਪਹਿਲਾਂ ਤੋਂ ਹੀ ਆਪਾਂ ਨੂੰ ਕਲੀਅਰ ਹੈ ਕਿ ਹੂ ਹੈਵ ਡਿਸਆਰਡਰ, ਬਟ ਇੱਥੇ ਆਪਾਂ ਨੇ ਇੱਕ ਵਾਰੀ ਚੈੱਕ ਕਰਨਾ ਕਿ ਬੱਚੇ ਨੂੰ ਡਿਸਆਰਡਰ ਹੈ ਜਾਂ ਨਹੀਂ, ਆਫਟਰ ਦੈਟ ਅਗਰ ਹੈ ਤਾਂ ਉਸਦਾ ਵੀਕ ਪੁਆਇੰਟ ਕੀ ਹੈ, ਠੀਕ ਹੈ। ਤਾਂ ਸੀ ਆਪਸ਼ਨ ਵੀ ਆਪਣਾ ਕੀ ਹੋਏਗਾ, ਸਹੀ ਨਹੀਂ ਹੋਏਗਾ। ਡੀ ਆਪਸ਼ਨ ਆਪਣੇ ਕੋਲ ਕੀ ਹੈ, ਅਚੀਵਮੈਂਟ ਟੈਸਟ। ਅਚੀਵਮੈਂਟ ਟੈਸਟ ਕੀ ਹੁੰਦਾ, ਕਿਸੇ ਦੀ ਨੌਲੇਜ ਨੂੰ ਮੇਅਰ ਮਤਲਬ ਮਾਪਣਾ, ਆਪਾਂ ਤਰੀਕੇ ਨਾਲ ਸਾਫ ਸ਼ਬਦਾਂ ਵਿੱਚ ਕਹੀਏ ਕਿ ਉਸਦੀ ਇੰਪਰੂਵਮੈਂਟ ਕਿੰਨੀ ਹੋਈ ਹੈ ਜਾਂ ਉਸਦੀ ਨੌਲੇਜ ਕਿੰਨੀ ਹੈ, ਜਿਸमें ਕਿ IQ ਟੈਸਟ ਹੋ ਗਿਆ, ਰਾਈਟ। ਤਾਂ ਕਿੰਨਾ ਉਸਨੇ ਅਚੀਵ ਕੀਤਾ ਹੈ, ਠੀਕ ਹੈ, ਨੌਲੇਜ ਨੂੰ ਮਾਪਣਾ। ਤਾਂ ਬਿਲਕੁਲ ਡੀ ਆਪਸ਼ਨ ਵੀ ਆਪਣਾ ਰਾਈਟ ਆਪਸ਼ਨ ਨਹੀਂ ਹੋਏਗਾ। ਤਾਂ ਰਾਈਟ ਆਪਸ਼ਨ ਆਪਣਾ ਕਿਹੜਾ ਹੋ ਜਾਂਦਾ ਜੀ, ਬੀ ਆਪਸ਼ਨ ਹੋ ਜਾਂਦਾ, ਕਿਉਂਕਿ ਡਾਇਗਨੋਸਟਿਕ ਟੈਸਟ ਦਾ ਮਤਲਬ ਹੀ ਇਹ ਹੋ ਗਿਆ ਟੂ ਚੈੱਕ ਵੀਕਨੈਸ, ਠੀਕ ਹੈ। ਮਤਲਬ ਕਿਸੇ ਦੀ ਵੀਕਨੈਸ ਨੂੰ ਚੈੱਕ ਕਰਨਾ ਕਿ ਇੱਥੇ ਕਿਉਂ ਕਮੀ ਹੈ, ਕਿਸ ਕਰਕੇ ਹੈ ਵੀ ਜਾਂ ਨਹੀਂ ਹੈ, ਠੀਕ ਹੈ। ਉਹ ਸਾਰਾ ਕੁਛ ਇਸ ਦੇ ਵਿੱਚ ਕਵਰ ਹੋ ਜਾਂਦਾ। ਡਾਇਗਨੋਸਟਿਕ ਟੈਸਟ ਤੋਂ ਬਾਅਦ ਆਪਾਂ ਰਿਮੈਡੀਅਲ ਟੀਚਿੰਗ ਕਰਦੇ ਹੁੰਦੇ ਹਾਂ। ਰਿਮੈਡੀਅਲ ਟੀਚਿੰਗ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਇੱਥੇ ਇਸ ਬੱਚੇ ਦਾ ਵੀਕ ਪੁਆਇੰਟ ਹੈ, ਜਿਹਦੇ ਕਰਕੇ ਉਸੇ ਤਰੀਕੇ ਨਾਲ ਪਰਫੋਰਮ ਨਹੀਂ ਕਰ ਪਾ ਰਿਹਾ, ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਉਸਨੂੰ ਸਪੈਸ਼ਲ ਐਜੂਕੇਸ਼ਨ ਦਿੱਤੀ ਜਾਂਦੀ, ਜਿਸ ਨੂੰ ਆਪਾਂ ਰਿਮੈਡੀਅਲ ਟੀਚਿੰਗ ਬੋਲਦੇ ਹਾਂ, ਠੀਕ ਹੈ। ਉਹ ਸਾਰਾ ਕੁਛ ਇਹਦੇ ਵਿੱਚ ਹੁੰਦਾ। ਉਮੀਦ ਹੈ ਥਰਡ ਕੁਐਸਚਨ ਤੁਹਾਡਾ ਕਲੀਅਰ ਹੋ ਗਿਆ ਹੋਏਗਾ, ਅਤੇ ਇਹ ਵੀ ਉਮੀਦ ਹੈ ਕਿ ਤੁਸੀਂ ਮੇਰੇ ਆਨਸਰ ਕਰਨ ਤੋਂ ਪਹਿਲਾਂ ਖੁਦ ਇੱਕ ਵਾਰੀ ਜ਼ਰੂਰ ਵੀਡੀਓ ਨੂੰ ਚਾਹੇ ਤੁਸੀਂ ਪੌਜ਼ ਕਰਕੇ ਖੁਦ ਸੋਲਵੇਸ਼ਨ ਕਰੋ, ਅਤੇ ਜ਼ਿਆਦਾ ਅੱਛੇ ਤਰੀਕੇ ਨਾਲ ਕਲੀਅਰ ਹੋਊਗਾ। ਫੋਰਥ ਦੀ ਅਗਰ ਗੱਲ ਕਰੀਏ, ਫੋਰਥ ਕੀ ਹੈ, ਡਿਫੀਕਲਟੀ ਇਨ ਰਿਕੋਲਿੰਗ। ਹੁਣ ਦੇਖੋ ਇਹਦੇ ਵਿੱਚ ਕੀ ਕਿਹਾ ਗਿਆ, ਫੋਰਥ ਕੁਐਸਚਨ ਦੇ ਵਿੱਚ, ਫੋਰਥ ਕੁਐਸਚਨ 'ਚ ਕਿਹਾ ਹੋਇਆ
ਕਿ ਬੱਚੇ ਨੂੰ ਡਿਫਿਕਲਟੀ ਫੀਲ ਹੋ ਰਹੀ ਹੈ ਰਿਕੋਲਿੰਗ ਸੀਕੁਐਂਸ ਆਫ ਲੈਟਰਸ ਦੇ ਜੋ ਸੀਕੁਐਂਸ ਆ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਲਰਨ ਕਰ ਪਾ ਰਿਹਾ, ਯਾਦ ਨਹੀਂ ਰੱਖ ਪਾ ਰਿਹਾ ਉਹ, ਠੀਕ ਹੈ। ਜਾਂ ਫਿਰ ਅਗਰ ਆਪਾਂ ਗੱਲ ਕਰੀਏ ਉਸਦੀ ਜੋ ਮੈਮਰੀ, ਵਿਜ਼ੂਅਲ ਮੈਮਰੀ ਹੈ, ਉਸ ਦੇ ਵਿੱਚ ਵੀ ਉਸਨੂੰ ਕੀ ਹੈ, ਕਮੀ ਮਹਿਸੂਸ ਹੋ ਰਹੀ ਹੈ। ਮਤਲਬ ਯਾਦ, ਸਿੰਪਲ ਸ਼ਬਦਾਂ ਵਿੱਚ ਉਹ ਲੈਟਰ ਕਿਸ ਸੀਕੁਐਂਸ ਦੇ ਵਿੱਚ ਨੇ, ਜਸਟ ਜੇਕਰ ਤੁਸੀਂ ਸਿਰਫ ਫਸਟ ਲਾਈਨ ਵੀ ਪੜ੍ਹੋ ਨਾ ਤਾਂ ਇਹਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਏ ਕਿ ਮੇਰਾ ਆਨਸਰ ਕੀ ਹੋਏਗਾ, ਠੀਕ ਹੈ। ਜਸਟ ਆਪਾਂ ਗੱਲ ਕਰੀਏ ਕਿ ਉਹ ਲੈਟਰਸ ਦੇ ਸੀਕੁਐਂਸ ਨੂੰ ਨਹੀਂ ਯਾਦ ਰੱਖ ਪਾ ਰਿਹਾ। ਜਿਵੇਂ ਫੋਰ ਐਗਜ਼ਾਮਪਲ ABC ਹੈ, ਜੋ ਕੋਈ ਵਰਡ ਲੈਣ ਦੀ ਬਜਾਏ ਆਪਾਂ ਸਿੰਪਲ ਅਲਫਾਬੈਟੀਕਲ ਇੰਗਲਿਸ਼ ਦੇ ਲੈਟਰਸ ਲੈ ਕੇ ਚਲੀਏ ABCD, ਤਾਂ ਉਹ ਸੀਕੁਐਂਸ ਨੂੰ ਨਹੀਂ ਯਾਦ ਰੱਖ ਪਾ ਰਿਹਾ, ਠੀਕ ਹੈ। ਔਰ ਲੋਜ਼ ਆਫ ਵਿਜ਼ੂਅਲ ਮੈਮਰੀ ਉਹੀ ਹੈ ਕਿ ਉਸਦੀ ਯਾਦਦਾਸ਼ਤ ਆਪਾਂ ਕਹਿ ਸਕਦੇ ਕਿ ਯਾਦ ਨਹੀਂ ਸਹੀ ਤਰੀਕੇ ਨਾਲ ਰੱਖ ਪਾ ਰਿਹਾ, ਤਾਂ ਇਸਦਾ ਮਤਲਬ ਕੀ ਹੋ ਗਿਆ, ਠੀਕ ਹੈ, ਕਿਹੜੀ ਡਿਸੇਬਿਲਿਟੀ ਹੈ। ਤਾਂ ਪਹਿਲਾਂ ਚਾਰਾਂ ਨੂੰ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਹੈ ਡਿਸਲੈਕਸੀਆ, ਠੀਕ ਹੈ। ਸੈਕਿੰਡ ਵਨ ਇਜ਼ ਡਿਸਕੈਲਕੁਲੀਆ, ਥਰਡ ਵਨ ਇਜ਼ ਡਿਸਗ੍ਰਾਫੀਆ ਔਰ ਫੋਰਥ ਵਨ ਇਜ਼ ਡਿਸਪ੍ਰੈਕਸੀਆ। ਦੇਖੋ ਡਿਸਪ੍ਰੈਕਸੀਆ ਦਾ ਕੀ ਮਤਲਬ ਹੋ ਜਾਂਦਾ ਹੈ, ਮੋਟਰ ਸਕਿਲਸ ਦੇ ਨਾਲ ਰਿਗਾਰਡਿੰਗ ਹੋ ਜਾਂਦਾ ਹੈ। ਮਤਲਬ ਆਪਾਂ ਫਿਜ਼ੀਕਲ ਐਕਟੀਵਿਟੀ, ਬਟ ਇੱਥੇ ਗੱਲ ਫਿਜ਼ੀਕਲ ਐਕਟੀਵਿਟੀਜ਼ ਦੀ ਨਹੀਂ ਹੋ ਰਹੀ, ਇੱਥੇ ਗੱਲ ਮੈਂਟਲੀ ਐਕਟੀਵਿਟੀਜ਼ ਦੀ ਹੋ ਰਹੀ ਹੈ ਕਿ ਬੱਚਾ ਯਾਦ ਨਹੀਂ ਰੱਖ ਪਾ ਰਿਹਾ ਸੀਕੁਐਂਸ ਨੂੰ, ਠੀਕ ਹੈ, ਕਿ ਕਿਸ ਸੀਕੁਐਂਸ ਦੇ ਵਿੱਚ ਲੈਟਰਸ ਹੈਗੇ ਆ। ਤਾਂ ਇੱਥੇ ਫਿਜ਼ੀਕਲ ਨਹੀਂ ਮੈਂਟਲੀ ਕੰਮ ਹੋ ਰਿਹਾ, ਸੋ ਆਪਣਾ D ਆਪਸ਼ਨ ਤਾਂ ਹੋਏਗਾ ਨਹੀਂ, ਠੀਕ ਹੈ ਜੀ। ਡਿਸਗ੍ਰਾਫੀਆ ਦਾ ਮਤਲਬ ਹੁੰਦਾ ਲਿਖਣਾ, ਬਟ ਇੱਥੇ ਲਿਖਣ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ। ਡਿਸਗ੍ਰਾਫੀਆ ਦਾ ਮਤਲਬ ਹੋ ਗਿਆ ਰਾਈਟਿੰਗ ਡਿਸਆਰਡਰ, ਬੱਚਾ ਸਹੀ ਤਰੀਕੇ ਨਾਲ ਲਿਖ ਨਹੀਂ ਪਾ ਰਿਹਾ, ਠੀਕ ਹੈ, ਹੈਂਡ ਰਾਈਟਿੰਗ ਗੰਦੀ ਹੈ, ਸਪੇਸ ਦੇ ਕੇ ਲਿਖ ਰਿਹਾ, ਉਹ ਸਾਰਾ ਕੁਛ ਆਉਂਦਾ ਡਿਸਗ੍ਰਾਫੀਆ ਦੇ ਵਿੱਚ। ਅਤੇ ਉੱਥੇ ਤਾਂ ਇਹ ਗੱਲ ਤਾਂ ਕਿਤੇ ਵੀ ਕੀਤੀ ਨਹੀਂ ਇਹਨਾਂ ਨੇ ਲਿਖਣ ਦੇ ਮਾਮਲੇ ਵਿੱਚ। ਡਿਸਕੈਲਕੁਲੀਆ ਹੁੰਦਾ ਮੈਥਮੈਟਿਕਸ ਨਾਲ ਰਿਲੇਟਡ, ਮੈਥਮੈਟਿਕਸ ਨਾਲ ਰਿਲੇਟਡ ਆਪਰੇਸ਼ਨਸ ਹੋ ਗਏ, ਜਿਹੜੇ ਐਡੀਸ਼ਨ ਨੂੰ ਮਲਟੀਪਲਾਈ ਸਮਝ ਲੈਣਾ, ਉਹ ਸਾਰਾ ਕੁਛ ਇਸ ਦੇ ਅੰਡਰ ਆਉਂਦਾ। ਬੱਚਾ ਮੈਥ ਦੇ ਵਿੱਚ ਵੀਕ ਹੁੰਦਾ, ਬਟ ਇੱਥੇ ਤਾਂ ਲੈਟਰਸ ਦੀ ਗੱਲ ਕੀਤੀ ਹੋਈ ਹੈ, ਠੀਕ ਹੈ ਜੀ। ਔਰ ਲੈਟਰਸ ਦੇ ਬਾਅਦ ਵੀ ਇਹ ਗੱਲ ਕੀਤੀ ਹੋਈ ਕਿ ਬੱਚੇ ਸੀਕੁਐਂਸ ਨੂੰ ਯਾਦ ਨਹੀਂ ਰੱਖ ਪਾ ਰਿਹਾ, ਸੋ B ਆਪਸ਼ਨ ਵੀ ਆਪਣਾ ਰਾਈਟ ਨਹੀਂ ਹੋਏਗਾ। ਹੁਣ ਆ ਗਿਆ A ਆਪਸ਼ਨ। A ਆਪਸ਼ਨ ਆਪਣੇ ਕੋਲ ਕੀ ਹੈ, ਡਿਸਲੈਕਸੀਆ। ਡਿਸਲੈਕਸੀਆ ਦੇ ਵਿੱਚ ਕੀ ਹੁੰਦਾ, ਬੱਚਾ ਸਹੀ ਤਰੀਕੇ ਨਾਲ ਪੜ੍ਹ ਨਹੀਂ ਪਾਉਂਦਾ। ਜੇਕਰ ਥੋੜ੍ਹਾ ਧਿਆਨ ਨਾਲ ਸੋਚਿਆ ਜਾਵੇ ਤਾਂ ਡਿਫਿਕਲਟੀ ਇਨ ਰਿਕੋਲਿੰਗ ਸੀਕੁਐਂਸ ਆਫ ਲੈਟਰਸ, ਠੀਕ ਹੈ। ਔਰ ਨਾਲ ਇਹਨਾਂ ਨੇ ਕਿਹਾ ਕਿ ਲੋਸ ਆਫ ਵਿਜ਼ੂਅਲ ਮੈਮਰੀ, ਠੀਕ ਹੈ। ਤਾਂ ਪਹਿਲੀ ਗੱਲ ਤਾਂ ਆਪਾਂ ਇਹ ਦੇਖਦੇ ਹਾਂ, ਚਲੋ ਡਿਸਲੈਕਸੀਆ ਹੁੰਦਾ ਤਾਂ ਰੀਡਿੰਗ ਡਿਸਆਰਡਰ ਹੈ, ਠੀਕ ਹੈ। ਸੈਕਿੰਡ ਅਗਰ ਆਪਾਂ ਗੱਲ ਕਰੀਏ ਡਿਸਲੈਕਸੀਆ ਹੁੰਦਾ ਕਿਉਂ ਹੈ, ਹੈਰੀਡਿਟੀ ਫੈਕਟਰਸ ਦੇ ਕਰਕੇ ਹੁੰਦਾ ਹੈ, ਠੀਕ ਹੈ। ਹੈਰੀਡਿਟੀ ਫੈਕਟਰਸ ਦੇ ਮਤਲਬ ਕੀ ਹੈ, ਕਿਤੇ ਨਾ ਕਿਤੇ ਆਪਾਂ ਨੂੰ ਜੋ ਜੈਨੇਟਿਕਸ ਆਪਣੇ ਪੇਰੈਂਟਸ ਤੋਂ ਮਿਲਦੇ ਨੇ ਔਰ ਉਸ ਦੇ ਕਾਰਨ ਆਪਾਂ ਨੂੰ ਡਿਸਲੈਕਸੀਆ ਦੇਖਣ ਨੂੰ ਮਿਲਦਾ ਬੱਚਿਆਂ ਦੇ ਵਿੱਚ। ਇਹ ਇੱਦਾਂ ਨਹੀਂ ਕਿ ਇਨਵਾਇਰਮੈਂਟ ਕਰਕੇ ਹੁੰਦਾ, ਇਹ ਆਪਾਂ ਕਹਿ ਸਕਦੇ ਇੱਕ ਫਿਜ਼ੀਕਲ ਫੈਕਟਰ ਹੈ, ਇੰਟਰਨਲ ਫੈਕਟਰ ਹੈ, ਜੋ ਕਿ ਹੈਰੀਡਿਟੀ ਤੋਂ ਆਪਾਂ ਨੂੰ ਆਪਣੇ ਤੋਂ ਮਿਲਦਾ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜਿਹਦੇ ਕਰਕੇ ਕੁਝ ਇੱਦਾਂ ਦੇ ਫੈਕਟਰਸ ਆਪਣੇ ਅੰਦਰ ਹੁੰਦੇ ਨੇ ਜਿਹਦੇ ਕਰਕੇ ਆਪਣਾ ਜੋ ਬ੍ਰੇਨ ਹੈ ਉਹ ਸਹੀ ਤਰੀਕੇ ਨਾਲ ਡਿਵੈਲਪ ਨਹੀਂ ਹੋ ਪਾਉਂਦਾ। ਅਗਰ ਉਹ ਸਹੀ ਤਰੀਕੇ ਨਾਲ ਡਿਵੈਲਪ ਨਹੀਂ ਹੋ ਪਾਉਂਦਾ, ਜਿਹਦੇ ਕਰਕੇ ਜੋ ਆਪਣੇ ਸਕਿੱਲਸ ਨੇ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਹੁਣ ਸਕਿੱਲਸ ਕੰਮ ਨਹੀਂ ਕਰਨਗੀਆਂ, ਮੀਨ ਟੂ ਸੇ ਰੀਡਿੰਗ ਅੱਛੇ ਤਰੀਕੇ ਨਾਲ ਨਹੀਂ ਕਰ ਪਾ ਰਿਹਾ। ਅਗਰ ਬੱਚਾ ਰੀਡਿੰਗ ਅੱਛੇ ਤਰੀਕੇ ਨਾਲ ਨਹੀਂ ਕਰ ਪਾ ਰਿਹਾ ਤਾਂ ਉਹ ਰਾਈਟਿੰਗ ਨਹੀਂ ਕਰ ਪਾਏਗਾ, ਇਹੀ ਕਹਿੰਦਾ ਡਿਸਲੈਕਸੀਆ। ਹੁਣ ਇੱਥੇ ਮੈਂ ਇੰਨਾ ਕੁਝ ਕਿਉਂ ਦੱਸ ਰਹੀ ਹਾਂ, ਕਿਉਂਕਿ ਦੇਖੋ ਜੋ ਡਿਸਲੈਕਸੀਆ ਹੈ ਇਸ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੈ ਕਿ ਬੱਚੇ ਦਾ ਬ੍ਰੇਨ ਡਿਵੈਲਪ ਨਹੀਂ ਹੋ ਰਿਹਾ, ਜਿਹਦੇ ਕਰਕੇ ਬੱਚੇ ਦੀਆਂ ਸਕਿੱਲਸ ਕੰਮ ਨਹੀਂ ਕਰ ਰਹੀਆਂ, ਫੈਕਟਰਸ ਕੰਮ ਨਹੀਂ ਕਰ ਰਹੇ, ਕਿਉਂਕਿ ਇਹ ਇੱਕ ਹੈਰੀਡਿਟੀ ਫੈਕਟਰ ਹੈ। ਹੁਣ ਕਿਉਂਕਿ ਬ੍ਰੇਨ ਡਿਵੈਲਪਮੈਂਟ ਨਹੀਂ ਹੋ ਰਿਹਾ ਤਾਂ ਉੱਥੇ ਕਿਤੇ ਨਾ ਕਿਤੇ ਹੋ ਸਕਦਾ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਡਿਫਿਕਲਟੀ ਇਨ, ਤਾਂ ਅਗਰ ਬੱਚੇ ਦਾ ਬ੍ਰੇਨ ਡਿਵੈਲਪ ਨਹੀਂ ਕਰ ਰਿਹਾ ਤਾਂ ਮਤਲਬ ਹੋ ਸਕਦਾ ਈਜ਼ੀ ਹੈ ਕਿ ਉਹ ਬੱਚੇ ਜੋ ਸੀਕੁਐਂਸ ਦੇ ਲੈਟਰ ਨੇ ਉਹ ਨਾ ਯਾਦ ਰੱਖ ਸਕੇ, ਠੀਕ ਹੈ। ਵੈਸੇ ਵੀ ਇਹੀ ਗੱਲ ਕੀ ਕੀਤੀ ਗਈ, ਜੇਕਰ ਆਪਾਂ ਇਸ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਰੀਡਿੰਗ ਡਿਸਆਰਡਰ ਦੀ ਹੀ ਇੱਕ ਸਿੰਪਟਮ ਹੈ ਕਿ ਬੱਚਾ ਸੀਕੁਐਂਸ ਨਹੀਂ ਯਾਦ ਰੱਖ ਪਾ ਰਿਹਾ ਲੈਟਰਸ ਦੀ, ਜਿਹਦੇ ਕਰਕੇ ਉਸੇ ਪੜ੍ਹਨ ਦੇ ਵਿੱਚ ਡਿਫਿਕਲਟੀ ਕਰ ਰਿਹਾ। ਸੈਕਿੰਡ ਚੀਜ਼ ਨੂੰ ਅਗਰ ਆਪਾਂ ਲੈ ਕੇ ਚੱਲੀਏ ਤਾਂ ਲੋਸ ਆਫ ਵਿਜ਼ੂਅਲ ਮੈਮਰੀ, ਉਸਦੀ ਯਾਦਦਾਸ਼ਤ ਵੀ ਘੱਟ ਹੈ, ਤਾਂ ਇਹ ਵੀ ਕਿਤੇ ਨਾ ਕਿਤੇ ਕਿ ਡਿਸਲੈਕਸੀਆ ਦਾ ਇੱਕ ਪਾਰਟ ਜਾਂ ਸਿੰਪਟਮ ਬਣ ਜਾਂਦਾ। ਕਿਉਂ ਬਣ ਜਾਂਦਾ, ਕਿਉਂਕਿ ਬੱਚੇ ਦਾ ਬ੍ਰੇਨ ਅੱਛੇ ਤਰੀਕੇ ਨਾਲ ਡਿਵੈਲਪ ਨਹੀਂ ਹੋਇਆ, ਠੀਕ ਹੈ। ਤਾਂ ਦੋਨੋਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਇਹ ਚੀਜ਼ ਸਮਝ ਸਕਦੇ ਹਾਂ, ਠੀਕ ਹੈ। ਤਾਂ ਬਿਲਕੁਲ ਜੋ ਰਾਈਟ ਆਪਸ਼ਨ ਹੋਏਗਾ ਉਹ ਆਪਣਾ ਕੀ ਹੋਏਗਾ, ਇਹ ਹੋਏਗਾ, ਮਤਲਬ ਡਿਸਲੈਕਸੀਆ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ 5th ਕੁਐਸਚਨ ਜੋ ਹੈ ਆਪਣਾ ਉਹ ਹੈ ਲਰਨਿੰਗ ਡਿਸੇਬਿਲਿਟੀ ਮੇ ਅਕਰ ਡਿਊ ਟੂ ਆਲ। ਮਤਲਬ ਹੁਣ ਇਹਦੇ ਵਿੱਚ ਦੇਖੋ ਲਰਨਿੰਗ ਡਿਸੇਬਿਲਿਟੀ ਕਿਉਂ ਹੁੰਦੀ ਹੈ, ਠੀਕ ਹੈ। ਲਰਨਿੰਗ ਡਿਸੇਬਿਲਿਟੀ ਇਹਨਾਂ ਦੇ ਵਿੱਚੋਂ ਜੋ ਵੀ ਆਪਾਂ ਨੂੰ ਨੀਚੇ ਆਪਸ਼ਨਸ ਗਿਵਨ ਨੇ ਇਹਨਾਂ ਦੇ ਵਿੱਚੋਂ ਕਿਹੜੇ ਇੱਕ ਕਾਰਨ ਕਰਕੇ ਨਹੀਂ ਹੁੰਦੀ। ਐਕਸੈਪਟ ਲਿਖਿਆ, ਐਕਸੈਪਟ ਨੂੰ ਕੀ ਕਰੋ, ਹਾਈਲਾਈਟ ਕਰ ਲਓ। ਇੱਦਾਂ ਦੇ ਜੋ ਨੋਟ ਹੋ ਗਿਆ, ਐਕਸੈਪਟ ਹੋ ਗਿਆ, ਇਹਨਾਂ ਵਰਡਸ ਨੂੰ ਨਾ ਹਾਈਲਾਈਟ ਕਰ ਲਿਆ ਕਰੋ ਤਾਂ ਕਿ ਮਾਈਂਡ ਦੇ ਵਿੱਚ ਸਕਿਪ ਨਾ ਹੋਣ। ਹੁਣ ਕਹਿੰਦੇ ਇਹ 4 ਆਪਸ਼ਨਸ ਤੁਹਾਨੂੰ ਗਿਵਨ ਨੇ, ਇਹਨਾਂ 4 ਦੇ ਵਿੱਚੋਂ ਇੱਕ ਇੱਦਾਂ ਦਾ ਆਪਸ਼ਨ ਹੈ ਜਿਹਦਾ ਕੋਈ ਵੀ ਇਫੈਕਟ ਨਹੀਂ ਪੈਂਦਾ ਲਰਨਿੰਗ ਡਿਸੇਬਿਲਿਟੀ ਦੇ ਉੱਪਰ, ਜਿਹਦੇ ਕਰਕੇ ਲਰਨਿੰਗ ਡਿਸੇਬਿਲਿਟੀਜ਼ ਨਹੀਂ ਹੁੰਦੀਆਂ। ਤਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਹੈ ਟੀਚਰਸ ਵੇ ਟੂ ਟੀਚਿੰਗ। ਟੀਚਰ ਜਿਵੇਂ ਪੜ੍ਹਾ ਰਿਹਾ ਹੈ ਉਸ ਤਰੀਕੇ ਨਾਲ ਕਿ ਲਰਨਿੰਗ ਡਿਸੇਬਿਲਿਟੀ ਹੋ ਸਕਦੀ ਹੈ, ਠੀਕ ਹੈ। ਤਾਂ ਦੇਖਦੇ ਹਾਂ, ਚਲੋ ਅੱਗੇ ਪੜ੍ਹਦੇ ਹਾਂ। ਮੈਂਟਲ ਰਿਟਾਰਡੇਸ਼ਨ, ਠੀਕ ਹੈ। ਤਾਂ ਬਿਲਕੁਲ ਇਹ ਤਾਂ ਨਹੀਂ ਹੋ ਸਕਦਾ ਕਿਉਂਕਿ ਮੈਂਟਲ ਰਿਟਾਰਡੇਸ਼ਨ ਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਿਹਦਾ, ਲਰਨਿੰਗ ਡਿਸੇਬਿਲਿਟੀ ਦਾ, ਸੋ ਇਹ ਤਾਂ ਆਪਣਾ ਆਪਸ਼ਨ ਨਹੀਂ ਹੋਏਗਾ, ਠੀਕ ਹੈ। ਪ੍ਰੀਨੈਟਲ ਯੂਜ਼ ਆਫ ਐਲਕੋਹਲ, ਗਰਭ ਅਵਸਥਾ ਵਿੱਚ ਐਲਕੋਹਲ ਦਾ ਯੂਜ਼ ਕਰਨਾ,
ਤਾਂ ਇਹ ਵੀ ਬਹੁਤ ਵੱਡਾ ਰੀਜ਼ਨ ਹੋ ਜਾਂਦਾ ਹੈ, ਜਿਹਦੇ ਕਰਕੇ ਬਹੁਤ ਸਾਰੇ ਇੱਦਾਂ ਦੀ ਡਿਸੇਬਿਲਿਟੀਜ਼ ਬੱਚੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਇਫੈਕਟ ਹੁੰਦਾ ਹੈ। ਠੀਕ ਹੈ ਜੀ, ਤਾਂ ਇਹ ਵੀ ਆਪਣਾ ਆਨਸਰ ਨਹੀਂ ਹੋਏਗਾ। ਹੁਣ ਇੱਥੇ ਆ ਗਿਆ, ਨੈਕਸਟ ਆ ਗਿਆ ਮਨਜ਼ਾਈਟਸ ਡਿਊਰਿੰਗ ਇਨਫੈਂਸੀ। ਠੀਕ ਹੈ, ਹੁਣ ਇਹ ਕੀ ਹੁੰਦਾ ਹੈ, ਬਿਮਾਰੀ ਹੁੰਦੀ ਹੈ ਇੱਕ। ਠੀਕ ਹੈ ਜੀ, ਡਿਸੀਜ਼ ਆਪਾਂ ਬੋਲ ਸਕਦੇ ਹਾਂ, ਇੱਕ ਸੀਰੀਅਸ ਡਿਸੀਜ਼ ਹੁੰਦੀ ਹੈ ਜੋ ਕਿ ਇਨਫੈਂਸੀ ਪੀਰੀਅਡ ਦੇ ਵਿੱਚ ਅਗਰ ਬੱਚੇ ਨੂੰ ਹੋ ਜਾਏ ਤਾਂ ਬਹੁਤ ਜ਼ਿਆਦਾ ਇਫੈਕਟ ਆਪਾਂ ਕਹਿ ਸਕਦੇ ਕਿ ਬੱਚੇ ਦੇ ਡਿਵੈਲਪਮੈਂਟ, ਮਾਈਂਡ ਡਿਵੈਲਪਮੈਂਟ ਔਰ ਫਿਜ਼ੀਕਲ ਡਿਵੈਲਪਮੈਂਟ ਦੇ ਉੱਪਰ ਪੈਂਦਾ ਹੈ। ਸੋ ਇਹ ਵੀ ਆਪਣਾ ਰਾਈਟ ਆਪਸ਼ਨ ਹੀ ਹੋਏਗਾ। ਇਹ ਵੀ ਲਰਨਿੰਗ ਡਿਸੇਬਿਲਿਟੀ ਦਾ ਇੱਕ ਬਹੁਤ ਵੱਡਾ ਰੀਜ਼ਨ ਹੋ ਸਕਦਾ ਹੈ। ਕੋਈ ਵੀ ਡਿਸੀਜ਼, ਨੋਟ ਸਿਰਫ ਦਿਸ, ਕਿ ਕੋਈ ਵੀ ਡਿਸੀਜ਼ ਹੈ ਜੋ ਜਿਵੇਂ ਫੋਰ ਐਗਜ਼ਾਮਪਲ ਟਿਊਮਰ ਹੈ, ਜਿਹਦੇ ਕਰਕੇ ਆਪਣਾ ਜੋ ਬ੍ਰੇਨ ਹੈ ਸਹੀ ਤਰੀਕੇ ਨਾਲ ਫੰਕਸ਼ਨਿੰਗ ਕਰਨਾ ਬੰਦ ਕਰ ਦਿੰਦਾ ਹੈ। ਠੀਕ ਹੈ, ਅਤੇ ਇਸ ਤਰੀਕੇ ਦੀਆਂ ਡਿਸੀਜ਼ਸ ਨੇ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਨੇ। ਹੁਣ ਸਿਰਫ ਇੱਕੋ ਹੀ ਆਪਸ਼ਨ ਰਹਿ ਜਾਂਦੀ ਹੈ, ਉਹ ਹੈ ਟੀਚਰਸ ਵੇ ਆਫ ਟੀਚਿੰਗ। ਹੁਣ ਟੀਚਰ ਕਿਸ ਤਰੀਕੇ ਨਾਲ ਬੱਚੇ ਨੂੰ ਪੜ੍ਹਾ ਰਿਹਾ ਹੈ। ਠੀਕ ਹੈ, ਇਹ ਇਨਵਾਇਰਮੈਂਟ ਫੈਕਟਰ ਦੇ ਵਿੱਚ ਆ ਗਿਆ। ਦੂਜੀ ਗੱਲ, ਇਹ ਇਫੈਕਟ ਹੀ ਨਹੀਂ ਕਰਦਾ ਬੱਚੇ ਨੂੰ ਲਰਨਿੰਗ ਡਿਸੇਬਿਲਿਟੀ ਲਈ। ਹੁਣ ਬੱਚਾ ਅਗਰ ਸਹੀ ਤਰੀਕੇ ਨਾਲ ਰੀਡਿੰਗ ਨਹੀਂ ਕਰ ਪਾ ਰਿਹਾ, ਠੀਕ ਹੈ, ਹੁਣ ਉਹਦੇ ਦੋ ਕਾਰਨ ਹੋ ਸਕਦੇ ਹਨ ਕਿ ਟੀਚਰ ਸਹੀ ਨਹੀਂ ਪੜ੍ਹਾ ਰਿਹਾ, ਜਾਂ ਫਿਰ ਉਸਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਡਿਸੇਬਿਲਿਟੀ ਤੋਂ ਸਫਰ ਕਰ ਰਿਹਾ ਹੈ। ਠੀਕ ਹੈ, ਮਤਲਬ ਜਾਂ ਫਿਰ ਅਗਰ ਆਪਾਂ ਗੱਲ ਕਰੀਏ, ਅਗਰ ਟੀਚਰ ਸਹੀ ਨਹੀਂ ਪੜ੍ਹਾ ਰਿਹਾ ਤਾਂ ਉਸਨੂੰ ਸੁਧਾਰਿਆ ਜਾ ਸਕਦਾ ਹੈ। ਜਦੋਂ ਟੀਚਰ ਦੇਖੇਗਾ ਕਿ ਹਾਂਜੀ ਇਸ ਦੇ ਵਿੱਚ ਇੰਪਰੂਵਮੈਂਟ ਨਹੀਂ ਹੋਈ ਤਾਂ ਵਧੀਆ ਤਰੀਕੇ ਨਾਲ ਪੜ੍ਹਾਏਗਾ ਤਾਂ ਬੱਚਾ ਸਿੱਖ ਲਏਗਾ। ਤਾਂ ਉਹਦੇ ਵਿੱਚ ਇੱਦਾਂ ਨਹੀਂ ਹੈ ਕਿ ਇਸ ਨੂੰ ਦੂਰ ਹੀ ਨਹੀਂ ਕੀਤਾ ਜਾ ਸਕਦਾ, ਜਾਂ ਉਹ ਇੱਕ ਲਰਨਿੰਗ ਡਿਸੇਬਿਲਿਟੀ ਬਣ ਗਈ। ਉਹ ਇਨਵਾਇਰਮੈਂਟ ਦਾ ਫੈਕਟਰ ਹੋ ਗਿਆ, ਜਿਹਦੇ ਕਰਕੇ ਥੋੜ੍ਹਾ ਬਹੁਤ ਵਿਕਾਸ ਦੇ ਵਿੱਚ ਆਪਾਂ ਕਹਿ ਸਕਦੇ ਬੱਚੇ ਦੀ ਡਿਵੈਲਪਮੈਂਟ, ਜਾਂ ਉਸਨੂੰ ਗਾਈਡੈਂਸ ਅੱਛੀ ਨਹੀਂ ਮਿਲ ਰਹੀ, ਉਹ ਚੀਜ਼ ਅਲੱਗ ਹੋ ਜਾਂਦੀ ਹੈ। ਉਸਨੂੰ ਬੜੀ ਈਜ਼ੀਲੀ ਆਪਾਂ ਸੁਧਾਰ ਸਕਦੇ ਹਾਂ। ਠੀਕ ਹੈ, ਬਟ ਜਦੋਂ ਗੱਲ ਹੋ ਰਹੀ ਹੈ ਲਰਨਿੰਗ ਡਿਸੇਬਿਲਿਟੀ ਦੀ, ਤਾਂ ਲਰਨਿੰਗ ਡਿਸੇਬਿਲਿਟੀ ਕੀ ਹੁੰਦੀ, ਇੱਕ ਇੰਟਰਨਲ ਫੈਕਟਰ ਹੁੰਦਾ ਜੋ ਆਪਾਂ ਨੂੰ ਕਿਤੇ ਨਾ ਕਿਤੇ ਕਿਸੇ ਡਿਸੀਜ਼ ਕਰਕੇ ਜਾਂ ਕਿਸੇ ਹੈਰੀਡਿਟੀ ਕਰਕੇ, ਜਾਂ ਜਿਵੇਂ ਕਿ ਐਲਕੋਹਲ ਦਾ ਯੂਜ਼ ਕਰਨਾ, ਠੀਕ ਹੈ, ਇਹਨਾਂ ਚੀਜ਼ਾਂ ਕਰਕੇ ਜੋ ਇੰਟਰਨਲ ਫੈਕਟਰ ਹੈ ਆਪਣੀ ਬੋਡੀ ਦੇ ਅੰਦਰ ਕਿਤੇ ਨਾ ਕਿਤੇ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ, ਜਿਹਦੇ ਕਰਕੇ ਆਪਾਂ ਪ੍ਰੋਪਰਲੀ ਪਰਫੋਰਮ ਨਹੀਂ ਕਰ ਪਾਉਂਦੇ, ਉਹ ਡਿਸੇਬਿਲਿਟੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ, ਤਾਂ ਬਿਲਕੁਲ ਇਹ ਜੋ ਫਸਟ ਆਪਸ਼ਨ ਹੈ ਇਹ ਰਾਈਟ ਆਪਸ਼ਨ ਹੋਏਗਾ, ਕਿਉਂਕਿ ਇਸ ਦਾ ਕੋਈ ਵੀ ਅਸਰ ਨਹੀਂ ਪੈਂਦਾ ਲਰਨਿੰਗ ਡਿਸੇਬਿਲਿਟੀਜ਼ ਦੇ ਉੱਪਰ। ਕਲੀਅਰ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ 6th ਕੁਐਸਚਨ ਦੀ, 6th ਕੁਐਸਚਨ ਆਪਣੇ ਕੋਲ ਕੀ ਆ, ਆਰਥੋਪੈਡਿਕਲੀ ਇੰਪੇਅਰਡ ਚਿਲਡਰਨ ਆਰ ਲਾਈਕਲੀ ਟੂ ਹੈਵ। ਆਰਥੋਪੈਡਿਕਲੀ ਆਪਾਂ ਪੜ੍ਹਿਆ ਸੀ, ਪਹਿਲੀ ਗੱਲ ਤਾਂ ਆਰਥੋਪੈਡਿਕਲੀ ਕੀ ਪੜ੍ਹਿਆ ਸੀ ਇਹਦੇ ਵਿੱਚ ਕਿ ਕਿਸ ਤਰੀਕੇ ਦੀ ਡਿਸੇਬਿਲਿਟੀ ਹੁੰਦੀ ਹੈ ਇਹ। ਆਫਟਰ ਦੈਟ ਇਹਨਾਂ ਨੇ ਪੁੱਛਿਆ ਕਿ ਇਸ ਤੋਂ ਇਲਾਵਾ ਹੋਰ ਆਪਾਂ ਕੀ ਕਹਿ ਸਕਦੇ ਹਾਂ ਕਿ ਕਿਸ ਤਰੀਕੇ ਦੀ ਕਿਹਦੇ ਨਾਲ ਆਪਾਂ ਰਿਲੇਟ ਕਰ ਸਕਦੇ ਹਾਂ, ਡਿਸਕੈਲਕੁਲੀਆ ਨਾਲ, ਜਾਂ ਡਿਸਪ੍ਰੈਕਸੀਆ ਨਾਲ, ਡਿਸਗ੍ਰਾਫੀਆ। ਠੀਕ ਹੈ, ਅਗਰ ਕਿਸੇ ਬੱਚੇ ਨੂੰ ਇੱਦਾਂ ਆਰਥੋਪੈਡਿਕਲੀ ਇੰਪੇਅਰਮੈਂਟ ਹੈ ਤਾਂ ਉਹ ਇਸ ਤੋਂ ਇਲਾਵਾ ਹੋਰ ਕਿਹੜੀ ਡਿਸੇਬਿਲਿਟੀ ਨਾਲ ਆਪਾਂ ਉਸਨੂੰ ਲਿੰਕ ਕਰ ਸਕਦੇ ਹਾਂ। ਤਾਂ ਬਿਲਕੁਲ ਇਸ ਚੀਜ਼ ਨੂੰ ਦੇਖਦੇ ਹਾਂ। ਦੇਖੋ, ਪਹਿਲਾਂ ਤਾਂ ਆਰਥੋਪੈਡਿਕਲੀ 'ਚ ਆਪਾਂ ਪੜ੍ਹਿਆ ਸੀ ਕਿ ਬੱਚਾ ਬੋਨਸ ਅਤੇ ਮਸਲਸ ਉਸਦੇ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੇ। ਠੀਕ ਹੈ, ਇਹ ਦੋਨੋਂ ਤਾਂ ਨਹੀਂ ਕਰਦੇ। ਇਸ ਤੋਂ ਇਲਾਵਾ ਬੱਚੇ ਦੀਆਂ ਜੋ ਸਕਿੱਲਸ ਹੁੰਦੀਆਂ ਨੇ, ਜਿਵੇਂ ਲਿਸਨਿੰਗ ਹੋ ਗਿਆ, ਰੀਡਿੰਗ ਹੋ ਗਿਆ, ਰਾਈਟਿੰਗ ਹੋ ਗਿਆ ਔਰ ਸਪੀਕਿੰਗ ਹੋ ਗਿਆ, ਇਹ ਬੱਚੇ ਦੀਆਂ ਜੋ ਸਕਿੱਲਸ ਨੇ ਉਹ ਵੀ ਅੱਛੇ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਠੀਕ ਹੈ, ਤਾਂ ਇਹ ਸਾਰਾ ਕੁਛ ਆਪਾਂ ਇਹਦੇ ਵਿੱਚ ਦੇਖਿਆ ਸੀ ਕਿ ਬੱਚੇ ਸਹੀ ਤਰੀਕੇ ਨਾਲ ਸੁਣ ਨਹੀਂ ਪਾਉਂਦਾ, ਬੋਲ ਨਹੀਂ ਪਾਉਂਦਾ, ਪੜ੍ਹ ਨਹੀਂ ਪਾਉਂਦਾ, ਲਿਖ ਨਹੀਂ ਪਾਉਂਦਾ, ਔਰ ਨਾਲ ਉਸਦੇ ਬੋਨਸ ਔਰ ਮਸਲ ਵੀ ਅੱਛੇ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਕਿਹੜੀ ਚੀਜ਼ ਹੈ ਜਿਹੜੀ ਕਿਹੜੀ ਡਿਸੇਬਿਲਿਟੀ ਇਹਦੇ ਵਿੱਚ ਮੈਚ ਕਰ ਰਹੀ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਹੈ ਡਿਸਕੈਲਕੁਲੀਆ। ਕੈਲਕੁਲੀਆ ਤਾਂ ਇਹਦਾ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਹੈ। ਠੀਕ ਹੈ, ਕਿਉਂ ਨਹੀਂ ਹੈ ਲਿੰਕ, ਕਿਉਂਕਿ ਇੱਥੇ ਕੈਲਕੂਲੇਸ਼ਨ ਦੀ ਗੱਲ ਕੀਤੀ, ਆਪਰੇਸ਼ਨ ਦੀ ਗੱਲ ਕੀਤੀ, ਐਡੀਸ਼ਨ ਸਬਟ੍ਰੈਕਸ਼ਨ ਦੀ ਗੱਲ ਕੀਤੀ ਹੈ। ਬਟ ਇੱਥੇ ਤਾਂ ਆਰਥੋਪੈਡਿਕਲ ਦੇ ਵਿੱਚ ਕੀ ਹੈ ਕਿ ਬੋਨਸ ਤੇ ਮਸਲਸ ਮਤਲਬ ਆਪਣੀ ਫਿਜ਼ੀਕਲੀ ਪਰਫੋਰਮੈਂਸ ਨਹੀਂ ਦੇ ਪਾ ਰਿਹਾ। ਠੀਕ ਹੈ, ਤਾਂ ਮੈਥ ਦੀ ਤਾਂ ਇੱਥੇ ਕੋਈ ਵੀ ਗੱਲ ਹੀ ਨਹੀਂ ਹੋਈ, ਤਾਂ ਫਸਟ ਆਪਸ਼ਨ ਦਾ ਆਪਣਾ ਆਨਸਰ ਨਹੀਂ ਹੋਏਗਾ। ਬੀ ਆਪਸ਼ਨ ਦੀ ਅਗਰ ਆਪਾਂ ਗੱਲ ਕਰੀਏ, ਡਿਸਲੈਕਸੀਆ। ਡਿਸਲੈਕਸੀਆ ਹੈ ਰੀਡਿੰਗ ਡਿਸਆਰਡਰ। ਠੀਕ ਹੈ ਜੀ, ਡਿਸਲੈਕਸੀਆ ਹੈ ਰੀਡਿੰਗ ਡਿਸਆਰਡਰ। ਸੀ ਅਗਰ ਆਪਾਂ ਗੱਲ ਕਰੀਏ, ਡਿਸਗ੍ਰਾਫੀਆ, ਜੋ ਕਿ ਰਾਈਟਿੰਗ ਡਿਸਆਰਡਰ ਹੈ। ਠੀਕ ਹੈ, ਡੀ ਅਗਰ ਆਪਾਂ ਗੱਲ ਕਰੀਏ, ਡਿਸਥੈਮੀਆ, ਮਤਲਬ ਕਿ ਕਿਤੇ ਨਾ ਕਿਤੇ ਮਾਈਲਡ ਜੀ ਟੈਨਸ਼ਨ ਦੇ ਵਿੱਚ ਰਹਿੰਦਾ ਹੈ, ਜਿਹਦੇ ਕਰਕੇ ਡਿਪਰੈਸ਼ਨ ਦੇ ਵਿੱਚ ਜਾਣ ਦਾ ਡਰ ਲੱਗਿਆ ਰਹਿੰਦਾ ਹੈ। ਸੋ ਡੀ ਆਪਸ਼ਨ ਵੀ ਨਹੀਂ ਹੋਏਗਾ। ਹੁਣ ਇਹਨਾਂ ਦੋਨਾਂ ਦੇ ਵਿੱਚ ਕੋਈ ਇੱਕ ਰਾਈਟ ਆਪਸ਼ਨ ਹੋ ਸਕਦੀ ਹੈ, ਇੱਕ ਹੈ ਡਿਸਗ੍ਰਾਫੀਆ, ਇੱਕ ਹੈ ਡਿਸਲੈਕਸੀਆ। ਠੀਕ ਹੈ, ਹੁਣ ਦੋਨੋਂ ਆਪਸ਼ਨ ਦੇ ਵਿੱਚ ਮੈਂ ਤੁਹਾਨੂੰ ਕਿਹਾ ਬੋਨਸ ਤੇ ਮਸਲ, ਬਟ ਬੋਨਸ ਤੇ ਮਸਲ ਦੀ ਤਾਂ ਚਾਰੋਂ ਆਪਸ਼ਨ ਦੇ ਵਿੱਚ ਕੋਈ ਗੱਲ ਨਹੀਂ ਹੋਈ। ਠੀਕ ਹੈ, ਇਸ ਤੋਂ ਇਲਾਵਾ ਮੈਂ ਤੁਹਾਨੂੰ ਕਿਹਾ ਕਿ ਸਕਿੱਲਸ ਨੇ ਜੋ ਰੀਡਿੰਗ, ਲਿਸਨਿੰਗ, ਸਪੀਕਿੰਗ, ਰੀਡਿੰਗ ਔਰ ਰਾਈਟਿੰਗ, ਇਹਨਾਂ ਚਾਰੋਂ ਸਕਿੱਲਸ ਦੇ ਉੱਪਰ ਅੱਛੇ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ। ਠੀਕ ਹੈ, ਤਾਂ ਹੁਣ ਦੇਖਿਆ ਜਾਵੇ ਡਿਸਲੈਕਸੀਆ ਦਾ ਮਤਲਬ ਸਿਰਫ ਰੀਡਿੰਗ ਹੋ ਗਿਆ। ਠੀਕ ਹੈ, ਡਿਸਗ੍ਰਾਫੀਆ ਦੇ ਵਿੱਚ ਰਾਈਟਿੰਗ ਹੋ ਗਿਆ। ਜਿਹੜਾ ਬੱਚਾ ਰਾਈਟਿੰਗ ਨਹੀਂ ਕਰ ਪਾ ਰਿਹਾ ਉਹ ਰੀਡਿੰਗ ਵੀ ਨਹੀਂ ਕਰ ਪਾ ਰਿਹਾ ਹੋਏਗਾ, ਜਿਸ ਕਾਰਨ ਉਹ ਰਾਈਟਿੰਗ ਨਹੀਂ ਕਰ ਪਾ ਰਿਹਾ। ਸਮਝ ਰਹੇ ਹੋ ਇਸ ਗੱਲ ਨੂੰ? ਤਾਂ ਮੋਸਟ ਐਕੂਰੇਟ ਆਨਸਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਦੋਨਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਐਕੂਰੇਟ ਆਨਸਰ ਹੋਏਗਾ ਉਹ ਕਿਹੜਾ ਹੋਏਗਾ? ਡਿਸਗ੍ਰਾਫੀਆ। ਕਲੀਅਰ? ਤਾਂ ਡਿਸਲੈਕਸੀਆ ਅਤੇ ਡਿਸਗ੍ਰਾਫੀਆ ਦੋਨਾਂ ਵਿੱਚ ਜੇਕਰ ਆਪਾਂ ਜ਼ਿਆਦਾ ਐਕੂਰੇਟ ਦੀ ਗੱਲ ਕਰੀਏ ਤਾਂ ਡਿਸਗ੍ਰਾਫੀਆ ਆਪਣੇ ਕੋਲ ਜ਼ਿਆਦਾ ਸੂਟੇਬਲ ਬੈਠੇਗਾ। ਠੀਕ ਹੈ ਜੀ, ਤਾਂ ਬਿਲਕੁਲ ਜੋ ਆਪਣਾ ਰਾਈਟ ਆਪਸ਼ਨ ਹੋਏਗਾ ਸੀ ਹੋਏਗਾ। ਅਗਰ ਬਾਈ ਚਾਂਸ ਇੱਥੇ ਡਿਸਗ੍ਰਾਫੀਆ ਨਾ ਹੁੰਦਾ ਤਾਂ ਹੋ ਸਕਦਾ ਕੋਈ ਹੋਰ ਡਿਸੇਬਿਲਿਟੀ ਹੁੰਦੀ, ਠੀਕ ਹੈ, ਜੋ ਕਿ ਕੰਡੀਸ਼ਨਸ ਨਾਲ ਮੈਚ ਨਾ ਕਰਦੀ, ਤਾਂ ਉੱਥੇ ਆਪਣਾ ਆਨਸਰ ਕੀ ਹੋਣਾ ਸੀ? ਡਿਸਲੈਕਸੀਆ ਹੋਣਾ ਸੀ। ਤਾਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਧਿਆਨ ਵਿੱਚ ਰੱਖਿਓ। ਨੈਕਸਟ ਅਗਰ ਆਪਾਂ ਗੱਲ ਕਰੀਏ 7th ਦੀ, ਤਾਂ 7th ਆਪਣੇ ਕੋਲ ਕੀ ਹੋਏਗਾ? ਅ ਸਟੂਡੈਂਟ ਆਫ 5th ਗ੍ਰੇਡ। 5th ਗ੍ਰੇਡ ਦੀ ਇੱਥੇ ਗੱਲ ਕੀਤੀ ਗਈ ਹੈ, ਮਤਲਬ 5th ਸਟੈਂਡਰਡ ਦੇ ਵਿੱਚ ਬੱਚਾ ਪੜ੍ਹ ਰਿਹਾ ਵਿਦ ਵਿਜ਼ੂਅਲ ਡਿਫੀਸ਼ੈਂਸੀ ਸ਼ੁੱਡ ਬੀ।
ਹੁਣ ਇਹਦੇ ਵਿੱਚ ਕੀ ਹੈ, ਬੱਚੇ ਨੂੰ ਵਿਜ਼ੂਅਲੀ ਪ੍ਰੋਬਲਮ ਹੈ, ਵਿਜ਼ੂਅਲੀ ਨਹੀਂ ਕਰ ਪਾ ਰਿਹਾ ਅੱਛੇ ਤਰੀਕੇ ਨਾਲ, ਦੇਖ ਨਹੀਂ ਸਕਦਾ ਉਹ, ਠੀਕ ਹੈ, ਕਲੀਅਰਲੀ ਵਿਜ਼ੂਅਲੀ ਡਿਫੀਸ਼ੈਂਸੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਉਹਦੇ ਨਾਲ ਆਪਾਂ ਨੂੰ ਕਿਸ ਤਰੀਕੇ ਦਾ ਬਿਹੇਵ ਕਰਨਾ ਚਾਹੀਦਾ ਹੈ। ਹੁਣ ਐਕਸਕਿਊਜ਼ ਟੂ ਬੀ ਅ ਲੋਅਰ ਲੈਵਲ ਆਫ ਵਰਕ, ਉਸਨੂੰ ਘੱਟ ਕੰਮ ਦੇਣਾ ਚਾਹੀਦਾ, ਠੀਕ ਹੈ, ਜਾਂ ਫਿਰ ਹੈਲਪ ਵਿਦ ਹਿਜ਼ ਹਰ ਟੂ ਰੂਟੀਨ ਵਰਕ ਬਾਏ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਉਸਨੂੰ ਕੰਮ ਘੱਟ ਦੇਣਾ ਚਾਹੀਦਾ। ਸੈਕਿੰਡ ਅਗਰ ਆਪਾਂ ਗੱਲ ਕਰੀਏ ਹੈਲਪ ਵਿਦ ਹਿਜ਼ ਹਰ ਰੂਟੀਨ ਵਰਕ ਬਾਏ ਪੇਰੈਂਟਸ ਐਂਡ ਫਰੈਂਡਸ, ਉਸਦੀ ਰੈਗੂਲਰਲੀ ਹੈਲਪ ਕਰਨੀ ਚਾਹੀਦੀ ਹੈ, ਠੀਕ ਹੈ, ਉਸਦੇ ਪੇਰੈਂਟਸ ਹੈਲਪ ਕਰਨ ਚਾਹੇ ਉਸਦੇ ਫਰੈਂਡਸ ਹੈਲਪ ਕਰਨ, ਉਸਦਾ ਕੰਮ ਕਰਨ ਦੇ ਵਿੱਚ ਉਸਦੀ ਹੈਲਪ ਕਰਨੀ ਚਾਹੀਦੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਦੇਖ ਪਾ ਰਹੇ ਐਂਡ ਟ੍ਰੀਟਡ ਨੋਰਮਲੀ ਇਨ ਦ ਕਲਾਸਰੂਮ ਐਂਡ ਪ੍ਰੋਵਾਈਡਡ ਸਪੋਰਟ ਥਰੂ ਆਡੀਓ ਸੀਡੀਜ਼। ਹੁਣ ਜਿਹੜਾ ਬੱਚਾ ਦੇਖ ਨਹੀਂ ਸਕਦਾ ਬਟ ਉਹ ਸੁਣਦਾ ਸਕਦਾ ਨਾ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਉਸਦੀ ਜੋ ਲਿਸਨਿੰਗ ਸਕਿੱਲ ਉਹ ਬਹੁਤ ਜ਼ਿਆਦਾ ਬੈਟਰ ਵੇ ਨਾਲ ਕੰਮ ਕਰਦੀ ਹੈ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਥਰਡ ਆਪਸ਼ਨ ਦੇ ਵਿੱਚ ਕੀ ਕਿਹਾ ਹੈ ਕਿ ਉਸਨੂੰ ਨੋਰਮਲੀ ਟਰੀਟ ਕਰਨਾ ਚਾਹੀਦਾ, ਅਤੇ ਉਸਨੂੰ ਜਿਵੇਂ ਐਜੂਕੇਸ਼ਨ ਅਗਰ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿਸ ਤਰੀਕੇ ਨਾਲ ਕਰਨੀ ਚਾਹੀਦੀ, ਜਿਵੇਂ ਆਡੀਓ ਸੀਡੀਜ਼ ਹੋ ਗਈਆਂ ਉਹਨਾਂ ਨਾਲ ਉਸਨੂੰ ਸਿਖਾਉਣਾ ਚਾਹੀਦਾ। ਗਿਵਨ ਸਪੈਸ਼ਲ ਟਰੀਟਮੈਂਟ ਇਨ ਦ ਕਲਾਸ, ਉਸਨੂੰ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਸਪੈਸ਼ਲ ਟਰੀਟਮੈਂਟ ਦੇਣਾ ਚਾਹੀਦਾ। ਤਾਂ ਬਿਲਕੁਲ ਇਹਨਾਂ ਚਾਰਾਂ ਦੇ ਵਿੱਚ ਅਗਰ ਸੂਟੇਬਲ ਆਪਸ਼ਨ ਦੀ ਗੱਲ ਕਰੀਏ ਤਾਂ ਸਪੈਸ਼ਲ ਟਰੀਟਮੈਂਟ ਨਹੀਂ ਦੇਣਾ ਚਾਹੀਦਾ, ਠੀਕ ਹੈ। ਇੱਦਾਂ ਅਗਰ ਓਵਰ ਸਪੈਸ਼ਲ ਟਰੀਟਮੈਂਟ ਦੇਵਾਂਗੇ ਤਾਂ ਵੀ ਬਹੁਤ ਮਤਲਬ ਇਸ ਤਰੀਕੇ ਨਾਲ ਨਹੀਂ ਹੈ ਕਿ ਬਿਲਕੁਲ ਵੀਕ ਬੱਚੇ ਨੂੰ ਸਾਊਂਡ ਕਰੋ ਜੋ ਬਿਲਕੁਲ ਬਹੁਤ ਜ਼ਿਆਦਾ ਸਪੈਸ਼ਲ, ਇਹਦੇ ਨਾਲ ਵੀ ਬੱਚੇ ਦਾ ਜੋ ਕੌਨਫੀਡੈਂਸ ਲੈਵਲ ਉਹ ਘੱਟ ਹੁੰਦਾ। ਅਗਰ ਆਪਾਂ ਓਵਰ ਸਪੈਸ਼ਲ ਉਹਨਾਂ ਨੂੰ ਫੀਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਤਾਂ ਉਹਨਾਂ ਨੂੰ ਫੀਲ ਹੁੰਦਾ ਕਿ ਸ਼ਾਇਦ ਉਹ ਨੋਰਮਲ ਨਹੀਂ ਹਨ, ਤਾਂ ਸਪੈਸ਼ਲ ਟਰੀਟਮੈਂਟ ਵੀ ਨਹੀਂ ਦੇਣਾ ਚਾਹੀਦਾ, ਠੀਕ ਹੈ, ਔਰ ਲੋਅਰ ਲੈਵਲ ਦੇ ਵਿੱਚ ਵੀ ਨਹੀਂ ਆਪਾਂ ਨੂੰ ਜਾਣਾ ਚਾਹੀਦਾ, ਠੀਕ ਹੈ। ਤਾਂ ਬਿਲਕੁਲ ਇੱਕ ਨੋਰਮਲ ਜਿਹਾ ਬਿਹੇਵੀਅਰ ਕਰਨਾ ਚਾਹੀਦਾ ਉਹਨਾਂ ਨਾਲ, ਜਿਵੇਂ ਆਪਾਂ ਬਾਕੀ ਸਟੂਡੈਂਟਸ ਨਾਲ ਬਿਹੇਵੀਅਰ ਕਰਦੇ ਹਾਂ ਉਵੇਂ ਬਿਲਕੁਲ ਉਹਨਾਂ ਨਾਲ ਕਰਨਾ ਚਾਹੀਦਾ, ਤਾਂ ਕਿ ਉਹਨਾਂ ਦਾ ਜੋ ਲੈਵਲ ਹੈ ਕੌਨਫੀਡੈਂਸ ਲੈਵਲ ਆ ਉਹ ਡਾਊਨ ਨਾ ਹੋਵੇ। ਹੈਲਪ ਹਰ ਵਿਦ ਹਰ, ਹੁਣ ਹੈਲਪ ਨਹੀਂ ਕਰਾਂਗੇ, ਅਗਰ ਉਹਨਾਂ ਦੀ ਹੈਲਪ ਕੀਤੀ ਜਾਏਗੀ ਉਹੀ ਗੱਲ ਹੈ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਜੇ ਉਹ ਸੋਚਣਗੇ ਕਿ ਸ਼ਾਇਦ ਮੈਂ ਇਹ ਕੰਮ ਖੁਦ ਨਹੀਂ ਕਰ ਸਕਦਾ, ਤਾਂ ਉਹਨਾਂ ਨੂੰ ਨੋਰਮਲੀ ਟਰੀਟ ਕਰਨਾ ਚਾਹੀਦਾ। ਅਤੇ ਨਾਲ ਉਹਨਾਂ ਨੂੰ ਅਗਰ ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਗੱਲ ਇੱਥੇ ਹੋ ਰਹੀ ਹੈ ਤਾਂ ਬਿਲਕੁਲ ਉਹਨਾਂ ਦੀ ਡਿਸੇਬਿਲਿਟੀ ਨੂੰ ਧਿਆਨ 'ਚ ਰੱਖਦੇ ਹੋਏ ਥੋੜ੍ਹਾ ਜਿਹਾ ਉਸ ਤਰੀਕੇ ਨਾਲ, ਫੋਰ ਐਗਜ਼ਾਮਪਲ ਜਿਵੇਂ ਆਡੀਓ ਸੀਡੀਜ਼ ਹੋ ਗਈਆਂ ਜਾਂ ਹੋਰ ਟੀਚਿੰਗ ਏਡਸ ਹੋ ਗਈਆਂ ਜਿਹਦੇ ਨਾਲ ਉਹ ਅੱਛੇ ਤਰੀਕੇ ਨਾਲ ਸਿੱਖ ਸਕਣਗੇ, ਤਾਂ ਉਸ ਤਰੀਕੇ ਨਾਲ ਉਹਨਾਂ ਨੂੰ ਐਜੂਕੇਸ਼ਨ ਜੋ ਹੈ ਉਹ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ, ਲਰਨਿੰਗ ਉਹਨਾਂ ਦੀ ਕਰਵਾਉਣੀ ਚਾਹੀਦੀ ਹੈ, ਠੀਕ ਹੈ ਜੀ। ਤਾਂ ਜੋ ਰਾਈਟ ਆਪਸ਼ਨ ਹੋਏਗਾ ਇੱਥੇ ਆਪਣਾ ਉਹ ਕੀ ਹੋਏਗਾ, ਸੀ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ 8th ਕੁਐਸਚਨ ਦੀ, 8th ਕੁਐਸਚਨ ਤੁਹਾਡੇ ਸਾਹਮਣੇ ਹੈ, ਵਿਚ ਵਨ ਆਫ ਦ ਫੋਲੋਇੰਗ ਕੁਡ ਕੇਸ ਲਰਨਿੰਗ ਡਿਸੇਬਿਲਿਟੀ। ਹੁਣ ਇਹਨਾਂ ਵਿੱਚ ਕਹਿੰਦੇ ਕਿਹੜਾ ਇੱਕ ਰੀਜ਼ਨ ਹੋ ਸਕਦਾ ਲਰਨਿੰਗ ਡਿਸੇਬਿਲਿਟੀ ਦਾ, ਤਾਂ ਬਿਲਕੁਲ ਪਹਿਲਾ ਵਰਗਾ ਕੁਐਸਚਨ ਆ ਗਿਆ। ਐਪਟੀਟਿਊਡ ਆਫ ਦ ਟੀਚਰ, ਬਿਲਕੁਲ ਇਹ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਤੋਂ ਕੋਈ ਵੀ ਇਫੈਕਟ ਨਹੀਂ ਪਏਗਾ। ਤਾਂ ਪ੍ਰੀਨੈਟਲ ਡਰਗ ਯੂਜ਼ ਹੋ ਗਿਆ, ਉਹੀ ਚੀਜ਼ ਹੈ ਕਿ ਅਗਰ ਤੁਸੀਂ ਇਨ ਦਾ ਪ੍ਰੈਗਨੈਂਸੀ ਜਾਂ ਫਿਰ ਡਿਊਰਿੰਗ ਗਰਭ ਅਵਸਥਾ, ਠੀਕ ਹੈ, ਤੁਸੀਂ ਡਰਗ ਲੈ ਰਹੇ ਹੋ ਤਾਂ ਉਹਦੇ ਨਾਲ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਗਲਤ ਇਫੈਕਟ ਪੈਂਦਾ, ਜਿਸ ਕਰਕੇ ਡਿਸੇਬਿਲਿਟੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਸੋ ਓਬਵੀਅਸ ਜੀ ਗੱਲ ਹੈ ਤਾਂ ਰਾਈਟ ਆਪਸ਼ਨ ਆਪਣਾ ਕੀ ਹੋਏਗਾ, ਬੀ ਹੋਏਗਾ। ਕਲਚਰ ਕੀ ਹੈ, ਕਲਚਰ ਵੇਰੀਏਸ਼ਨ ਦਾ ਡਿਸੇਬਿਲਿਟੀ ਉੱਪਰ ਕੋਈ ਵੀ ਫਰਕ ਨਹੀਂ ਪੈਂਦਾ, ਨਨ ਆਫ ਅਵਰ ਬਤਾਏ ਗਏ ਨਹੀਂ, ਠੀਕ ਹੈ ਜੀ। ਤਾਂ ਬੀ ਆਪਸ਼ਨ ਇੱਥੇ ਕੀ ਹੋਏਗਾ, ਆਪਣਾ ਰਾਈਟ ਆਪਸ਼ਨ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਅ ਚਾਈਲਡ, ਹੁਣ ਦੇਖੋ ਇੱਥੇ ਧਿਆਨ ਨਾਲ, ਇੱਕ ਚਾਈਲਡ ਹੈ ਕਹਿੰਦੇ ਉਹ 100 ਅਤੇ ਵਾਜ਼ ਦੇ ਵਿੱਚ ਡਿਫਰੈਂਸ ਨਹੀਂ ਸਮਝ ਪਾਉਂਦਾ, ਨਿਊਕਲੀਅਰ ਅਤੇ ਅਨਕਲੀਅਰ ਦੇ ਵਿੱਚ ਡਿਫਰੈਂਸ ਨਹੀਂ ਸਮਝ ਪਾਉਂਦਾ, ਇਹਦਾ ਮਤਲਬ ਉਹ ਕਿਹੜੀ ਡਿਸੇਬਿਲਿਟੀ ਤੋਂ ਸਫਰ ਕਰ ਰਿਹਾ। ਹੁਣ 100 ਅਤੇ ਵਾਜ਼ ਦੇ ਨੂੰ 100 ਨੂੰ ਵਾਜ਼ ਪੜ੍ਹ ਰਿਹਾ, ਵਾਜ਼ ਨੂੰ 100 ਪੜ੍ਹ ਰਿਹਾ, ਠੀਕ ਹੈ, ਨਿਊਕਲੀਅਰ ਨੂੰ ਅਨਕਲੀਅਰ ਦੇ ਵਿੱਚ ਉਹਨੂੰ ਕਲੀਅਰ ਨਹੀਂ ਹੋ ਪਾ ਰਿਹਾ, ਤਾਂ ਮਤਲਬ ਕਿਤੇ ਨਾ ਕਿਤੇ ਉਹ ਕਿਤੋਂ ਸਫਰ ਕਰ ਰਿਹਾ। ਹੁਣ ਉਹ ਸਫਰ ਕਰ ਰਿਹਾ ਡਿਸਲੈਕਸੀਆ ਤੋਂ, ਕਿਉਂਕਿ ਇਹ ਕੀ ਹੋ ਗਿਆ, ਰੀਡਿੰਗ ਡਿਸਆਰਡਰ ਹੋ ਗਿਆ। ਅਗਰ ਆਪਾਂ ਗੱਲ ਕਰੀਏ ਡਿਸਮੋਰਫੀਆ ਕੀ ਹੁੰਦਾ, ਡਿਸਮੋਰਫੀਆ ਹੁੰਦਾ ਬੋਡੀ ਵਾਲਾ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਆਪ ਨੂੰ ਮਿਰਰ ਦੇ ਵਿੱਚ ਦੇਖ ਕੇ ਬਹੁਤ ਅਜੀਬ ਫੀਲ ਹੁੰਦਾ, ਆਪਣੇ ਆਪ ਨੂੰ ਬਿੰਗਾ ਟੇੜਾ ਲੱਗਦਾ ਆਪਣੀ ਬੋਡੀ, ਠੀਕ ਹੈ, ਤਾਂ ਉਹ ਹੋ ਗਿਆ ਡਿਸਮੋਰਫੀਆ, ਠੀਕ ਹੈ ਜੀ। ਤਾਂ ਬਿਲਕੁਲ ਇਹ ਜੋ ਬਾਕੀ ਆਪਸ਼ਨਸ ਨੇ ਉਹ ਨਹੀਂ ਹੋਣਗੇ, ਇਹ ਆਪਸ਼ਨ ਆਪਣਾ ਰਾਈਟ ਆਪਸ਼ਨ ਹੋਏਗਾ। ਉਹ ਕੀ ਹੈ ਜੀ, ਡਿਸਲੈਕਸੀਆ, ਕਿਉਂਕਿ ਇੱਥੇ ਕਿਹਦੀ ਗੱਲ ਕੀਤੀ ਗਈ ਹੈ, ਇੱਥੇ ਕਿਹਦੀ ਗੱਲ ਕੀਤੀ ਗਈ ਹੈ, ਹਾਂਜੀ, ਰੀਡਿੰਗ ਡਿਸਆਰਡਰ ਦੀ, ਕਿ ਸਾਨੂੰ ਆਵਾਜ਼ ਪੜ੍ਹ ਰਿਹਾ ਜੋ ਅਨਕਲੀਅਰ ਨੂੰ ਨਿਊਕਲੀਅਰ ਪੜ੍ਹ ਰਿਹਾ, ਤਾਂ ਉੱਥੇ ਆਪਾਂ ਨੂੰ ਕਲੀਅਰ ਹੈ ਇਹ ਚੀਜ਼। 10th ਅਗਰ ਕੁਐਸਚਨ ਦੀ ਗੱਲ ਕੀਤੀ ਹੈ ਤਾਂ ਇਹ ਕੀ ਹੋਏਗਾ, ਏ ਚਾਈਲਡ ਵਿਦ ਐਨ ਇੰਟੈਲੀਜੈਂਟ ਸ਼ੋਜ਼ ਡਿਫੀਕਲਟੀ ਇਨ ਰੀਡਿੰਗ ਲੈਂਗੁਏਜ, ਠੀਕ ਹੈ। ਚਾਈਲਡ ਹੈ, ਇੰਟੈਲੀਜੈਂਸ ਲੈਵਲ ਉਸਦਾ ਨੋਰਮਲ ਹੈ, ਮਤਲਬ ਬਿਲਕੁਲ ਨੋਰਮਲ ਹੈ, ਬਟ ਉਹ ਕੀ ਕਰ ਰਿਹਾ, ਕਿਤੇ ਨਾ ਕਿਤੇ ਰੀਡਿੰਗ ਲੈਂਗੁਏਜ ਦੇ ਵਿੱਚ ਉਸਨੂੰ ਕੀ ਹੋ ਰਹੀ ਹੈ, ਡਿਫੀਕਲਟੀ ਹੋ ਰਹੀ ਹੈ। ਇਟ ਇੰਡੀਕੇਟਸ ਦਾ ਚਾਈਲਡਿਸ਼, ਹੁਣ ਇਹ ਕਿਸ ਚੀਜ਼ ਦੇ ਸਿੰਪਟਮਸ ਨੇ, ਇੱਥੇ ਵੀ ਦੁਬਾਰਾ ਕਿਹਦੀ ਗੱਲ ਕੀਤੀ ਗਈ ਹੈ, ਰੀਡਿੰਗ ਦੀ ਗੱਲ ਕੀਤੀ ਗਈ ਹੈ। ਰੀਡਿੰਗ ਦੀ ਗੱਲ ਕੀਤੀ ਗਈ ਹੈ ਮਤਲਬ ਕੀ ਹੋ ਗਿਆ ਕਿ ਬੱਚਾ ਕਿਹਦੇ ਤੋਂ ਸਫਰ ਕਰ ਰਿਹਾ, ਡਿਸਲੈਕਸੀਆ ਤੋਂ ਸਫਰ ਕਰ ਰਿਹਾ, ਠੀਕ ਹੈ, ਕਿਉਂਕਿ ਰੀਡਿੰਗ ਦੇ ਵਿੱਚ ਬੱਚੇ ਨੂੰ ਪ੍ਰੋਬਲਮ ਹੈ, ਅਦਰਵਾਈਜ਼ ਉਹਦਾ ਇੰਟੈਲੀਜੈਂਸ ਲੈਵਲ ਜੋ ਹੈ ਉਹ ਬਿਲਕੁਲ ਨੋਰਮਲ ਹੈ ਬਾਕੀ ਸਟੂਡੈਂਟਸ ਦੀ ਤਰ੍ਹਾਂ। ਤਾਂ ਡਿਸਪ੍ਰੈਕਸੀਆ ਨਹੀਂ ਹੋਏਗਾ, ਡਿਸਕੈਲਕੂਲੀਆ ਨਹੀਂ ਹੋਏਗਾ, ਡਿਸਗ੍ਰਾਫੀਆ ਨਹੀਂ ਹੋਏਗਾ। ਡਿਸਗ੍ਰਾਫੀਆ ਹੋ ਗਿਆ ਰਾਈਟਿੰਗ ਡਿਸਆਰਡਰ, ਮੈਥ ਦੇ ਵਿੱਚ ਵੀਕ ਹੈ ਸਟੂਡੈਂਟ, ਔਰ ਡਿਸਪ੍ਰੈਕਸੀਆ ਕੀ ਹੋ ਗਏ, ਮੋਟਰ ਸਕਿੱਲਸ ਨਾਲ ਰਿਲੇਟਡ, ਠੀਕ ਹੈ ਜੀ। 11th ਜੋ ਕੁਐਸਚਨ ਹੈ, ਲਰਨਿੰਗ ਡਿਸੇਬਿਲਿਟੀਜ਼ ਆਰ ਜਨਰਲੀ ਫਾਈਂਡ। ਹੁਣ ਦੇਖੋ ਲਰਨਿੰਗ ਡਿਸੇਬਿਲਿਟੀਜ਼ ਨੋਰਮਲੀ ਕਿਤਨਾ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ,
ਤਾਂ ਇੱਦਾਂ ਦੇ ਹੀ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਦੇਖਣਗੇ। ਇੱਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਈਜ਼ੀ ਜਾਂ ਬਹੁਤ ਜ਼ਿਆਦਾ ਡਿਫੀਕਲਟ, ਨੋਰਮਲ ਐਵਰੇਜ ਆਨਸਰ, ਮਤਲਬ ਅਗਰ ਆਪਾਂ ਇਹ ਟੌਪਿਕ ਸਟੱਡੀ ਕੀਤਾ ਤਾਂ ਆਪਾਂ ਅਟੈਂਪਟ ਬੜੀ ਆਰਾਮ ਨਾਲ ਕਰ ਲਵਾਂਗੇ, ਠੀਕ ਹੈ। ਇੱਦਾਂ ਕੋਈ ਜ਼ਿਆਦਾ ਡਿਫੀਕਲਟ ਵੀ ਨਹੀਂ ਹੋਣਗੇ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਲਰਨਿੰਗ ਡਿਸੇਬਿਲਿਟੀ ਜਨਰਲੀ ਕਿਹਨਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ, ਮੋਰ ਓਫਨ ਇਨ ਬੋਇਜ਼ ਐਜ਼ ਕੰਪੇਅਰ ਟੂ ਗਰਲਸ। ਤਾਂ ਇੱਦਾਂ ਦਾ ਤਾਂ ਕੁਛ ਨਹੀਂ ਹੁੰਦਾ ਕਿ ਬੋਇਜ਼ ਦੇ ਵਿੱਚ ਜ਼ਿਆਦਾ ਲਰਨਿੰਗ ਡਿਸੇਬਿਲਿਟੀਜ਼ ਹੁੰਦੀਆਂ ਨੇ, ਗਰਲਸ ਦੇ ਵਿੱਚ ਘੱਟ ਹੁੰਦੀਆਂ ਨੇ, ਠੀਕ ਹੈ। ਮੋਰ ਓਫਨ ਇਨ ਸੋ ਇਹ ਆਪਸ਼ਨ ਤਾਂ ਆਪਣਾ ਨਹੀਂ ਹੋਏਗਾ। ਬੀ ਦੀ ਅਗਰ ਆਪਾਂ ਗੱਲ ਕਰੀਏ, ਇਹਦੇ ਵਿੱਚ ਕੀ ਕੀਤਾ ਗਿਆ ਕਿ ਬਿਲੋਂਗਿੰਗ ਟੂ, ਹੁਣ ਦੇਖੋ ਏਰੀਆ ਦਾ ਤਾਂ ਇਹਦੇ ਵਿੱਚ ਕੋਈ ਵੀ ਨਹੀਂ ਕਿ ਅਰਬਨ ਏਰੀਆਜ਼ ਦੇ ਵਿੱਚ ਜੋ ਸਟੂਡੈਂਟ ਨੇ ਜਾਂ ਬੱਚੇ ਨੇ ਉਹਨਾਂ ਵਿੱਚ ਜ਼ਿਆਦਾ ਹੋਏਗੀ ਜਾਂ ਰੂਰਲ ਦੇ ਵਿੱਚ ਘੱਟ ਹੋਏਗੀ, ਇਹ ਤਾਂ ਬਿਲਕੁਲ ਹੀ ਗਲਤ ਆਪਸ਼ਨ ਹੋ ਗਿਆ। ਸੀ ਦੀ ਅਗਰ ਗੱਲ ਕਰੀਏ, ਇਨ ਸਪੈਸ਼ਲੀ ਦੋਜ਼ ਚਿਲਡਰਨ ਹੂਜ਼, ਹਾਂਜੀ ਹੁਣ ਇਹਦੇ ਵਿੱਚ ਕਹਿੰਦੇ ਇਹ ਉਹਨਾਂ ਸਾਰੇ ਸਟੂਡੈਂਟਸ ਵਿੱਚ, ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਜੋ ਜਿਨ੍ਹਾਂ ਦੇ ਸ਼ਾਇਦ ਪੇਰੈਂਟਸ ਜਾਂ ਜਿਨ੍ਹਾਂ ਦੇ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਉਹਨਾਂ ਦੀ ਹੈਰੀਡਿਟੀ ਤੋਂ, ਠੀਕ ਹੈ, ਜਾਂ ਫਿਰ ਅਗਰ ਆਪਾਂ ਕਰੀਏ ਰਿਲੇਟਿਵਸ ਦੇ ਵਿੱਚ ਕੁਛ ਜਿਵੇਂ ਕਿ ਪੇਰੈਂਟਸ ਹੋ ਗਏ ਜਾਂ ਗ੍ਰੈਂਡ ਪੇਰੈਂਟਸ ਹੋ ਗਏ, ਠੀਕ ਹੈ, ਜਾਂ ਰਿਲੇਟਿਵਸ ਹੋ ਗਏ, ਉਹਨਾਂ ਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਸ ਨੇ, ਤਾਂ ਬਿਲਕੁਲ ਸੀ ਆਪਸ਼ਨ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਕਿਉਂਕਿ ਇਹ ਕੀ ਹੁੰਦਾ ਕਿ ਹੈਰੀਡਿਟੀ ਫੈਕਟਰ ਹੁੰਦਾ। ਡੀ ਅਗਰ ਆਪਾਂ ਗੱਲ ਕਰੀਏ, ਇਨ ਚਿਲਡਰਨ ਵਿਦ ਐਵਰੇਜ ਟੂ ਸੁਪੀਰੀਅਰ IQ, ਤਾਂ IQ ਦਾ ਲੈਵਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਠੀਕ ਹੈ। ਜਿਵੇਂ ਕਿ ਆਪਾਂ ਪਿੱਛੇ ਗੱਲ ਕੀਤੀ ਕਿ ਨੋਰਮਲ IQ ਹੈ, ਨੋਰਮਲ ਇੰਟੈਲੀਜੈਂਸ ਹੈ, ਬਟ ਰੀਡਿੰਗ ਡਿਸਆਰਡਰ ਆਪਾਂ ਨੂੰ ਉੱਥੇ ਦੇਖਣ ਨੂੰ ਮਿਲ ਰਿਹਾ, ਠੀਕ ਹੈ। ਤਾਂ IQ ਲੈਵਲ ਦਾ ਤਾਂ ਇੱਥੇ ਕੋਈ ਵੀ ਰੋਲ ਨਹੀਂ ਹੋਏਗਾ। IQ ਲੈਵਲ ਘੱਟ ਹੈ ਜਾਂ ਵੱਧ ਹੈ, ਉਹ ਕਿਹੜੀ ਡਿਸੇਬਿਲਿਟੀ ਹੈ ਉਹਦੇ ਉੱਪਰ ਡਿਪੈਂਡ ਕਰਦਾ ਹੈ, ਠੀਕ ਹੈ। ਬਹੁਤ ਸਾਰੀ ਇੱਦਾਂ ਦੀਆਂ ਡਿਸੇਬਿਲਿਟੀਜ਼ ਹੁੰਦੀਆਂ ਨੇ ਜਿਹਦੇ ਵਿੱਚ IQ ਲੈਵਲ ਨੋਰਮਲ ਹੁੰਦਾ, ਤਾਂ IQ ਲੈਵਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਸੋ ਰਾਈਟ ਆਪਸ਼ਨ ਕਿਹੜਾ ਹੋਏਗਾ, ਸੀ ਹੋਏਗਾ, ਕਿਉਂਕਿ ਇਹ ਕੀ ਹੈ ਕਿ ਹੈਰੀਡਿਟੀ ਫੈਕਟਰ ਹੈ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਨੈਕਸਟ ਜੋ ਕੁਐਸਚਨ ਹੈ 12th ਕੁਐਸਚਨ, ਲਰਨਿੰਗ ਡਿਸੇਬਿਲਿਟੀ। ਹੁਣ ਦੇਖੋ ਇਹਦੇ 4 ਆਪਸ਼ਨਸ ਗਿਵਨ ਨੇ, ਕਹਿੰਦੇ ਡਜ਼ ਨੋਟ ਇੰਪਰੂਵ, ਕਹਿੰਦੇ ਕਿੰਨੀ ਵੀ ਤੁਸੀਂ ਇਨਪੁਟ ਦੇ ਲਓ ਉਹ ਇੰਪਰੂਵ ਨਹੀਂ ਹੋ ਸਕਦੀ। ਸੋ ਇਹ ਤਾਂ ਰੋਂਗ ਆਪਸ਼ਨ ਹੋਗੀ, ਕਿਉਂਕਿ ਉਹਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਠੀਕ ਹੈ। ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਡਿਫਰੈਂਟ ਟਾਈਪਸ ਨਾਲ ਉਸਦੀ ਲਰਨਿੰਗ ਕਰਵਾ ਕੇ ਜਾਂ ਟੀਚਿੰਗ ਏਡਸ ਨੂੰ ਯੂਜ਼ ਕਰਕੇ, ਜਾਂ ਕਿਵੇਂ ਵੀ, ਠੀਕ ਹੈ, ਮੈਡੀਕਲ ਟਰੀਟਮੈਂਟ ਦੇ ਨਾਲ ਤਾਂ ਚੇਂਜਸ ਆ ਸਕਦੇ ਨੇ। ਸਟੇਬਲ ਹੈ, ਉਹੀ ਚੀਜ਼ ਆ ਗਈ ਕਿ ਸਟੇਬਲ ਹੈ, ਜਿਹੜੀ ਕੰਡੀਸ਼ਨ ਦੇ ਵਿੱਚ ਹੈ ਆਲ ਦਾ ਟਾਈਮ ਉਸੇ ਕੰਡੀਸ਼ਨ ਦੇ ਵਿੱਚ ਰਹੇਗੀ, ਤਾਂ ਬਿਲਕੁਲ ਸਟੇਬਲ ਨਹੀਂ ਹੁੰਦੀ, ਇਹ ਵੇਰੀਏਬਲ ਹੁੰਦੀ ਹੈ, ਠੀਕ ਹੈ। ਲਾਸਟ ਆਪਸ਼ਨ ਆ ਜਾਂਦਾ ਨੀਡ ਨੋਟ, ਲੋੜ ਹੀ ਨਹੀਂ ਇਸ ਨੂੰ ਕਹਿੰਦੇ ਇੰਪਰੂਵ ਕਰਨ ਦੀ, ਤਾਂ ਇੱਦਾਂ ਨਹੀਂ ਹੁੰਦਾ, ਬਹੁਤ ਜ਼ਿਆਦਾ ਇੰਪੋਰਟੈਂਸ ਹੈ, ਇੰਪਰੂਵ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਆਪਣਾ ਲਰਨਿੰਗ ਅੱਛੇ ਤਰੀਕੇ ਨਾਲ ਕਰ ਸਕਣ, ਠੀਕ ਹੈ। ਅਤੇ ਇੱਕ ਵੇਰੀਏਬਲ ਸਟੇਟ ਹੁੰਦੀ ਹੈ, ਇਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਇੱਦਾਂ ਨਹੀਂ ਕਿ ਇਸ ਨੂੰ ਜੜ ਤੋਂ ਖਤਮ ਕਰ ਦਿੱਤਾ ਜਾ ਸਕਦਾ ਹੈ ਲਰਨਿੰਗ ਡਿਸੇਬਿਲਿਟੀਜ਼ ਨੂੰ, ਬਟ ਇਸ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਠੀਕ ਹੈ। ਅਗਰ ਸੁਧਾਰ ਨਹੀਂ ਕੀਤਾ ਜਾਏਗਾ, ਹੋਰ ਜ਼ਿਆਦਾ ਲਾਪਰਵਾਹੀਆਂ ਕੀਤੀਆਂ ਜਾਣਗੀਆਂ, ਠੀਕ ਹੈ, ਤਾਂ ਉੱਥੇ ਇਸ ਦੇ ਵਿੱਚ ਹੋਰ ਜ਼ਿਆਦਾ ਵਿਗਾੜ ਵੀ ਆਪਾਂ ਦੇਖ ਸਕਦੇ ਹਾਂ। ਸੋ ਇਹ ਵੇਰੀਏਬਲ ਹੈ, ਠੀਕ ਹੈ, ਇਸ ਦੇ ਜੋ ਆਪਾਂ ਕਹਿ ਸਕਦੇ ਡਾਇਨਾਮਿਕਸ ਚੇਂਜ ਹੁੰਦੇ ਰਹਿੰਦੇ ਨੇ, ਕਿ ਅੱਜ ਹੋ ਸਕਦਾ ਕੰਡੀਸ਼ਨ ਜ਼ਿਆਦਾ ਗੰਭੀਰ ਹੈ, ਠੀਕ ਹੈ, ਅਗਰ ਉਸ ਦੇ ਵਿੱਚ ਪੂਰਾ ਵਧੀਆ ਤਰੀਕੇ ਨਾਲ ਮੈਡੀਕਲ ਟਰੀਟਮੈਂਟ ਅਗਰ ਆਪਾਂ ਗੱਲ ਕਰੀਏ, ਬਿਹੇਵੀਅਰ ਬੱਚੇ ਨਾਲ ਬਹੁਤ ਅੱਛਾ ਕੀਤਾ ਜਾ ਰਿਹਾ, ਲਰਨਿੰਗ ਉਸਨੂੰ ਬਿਲਕੁਲ ਅੱਛੇ ਤਰੀਕੇ ਨਾਲ ਨੋਰਮਲ ਵੇ ਦੇ ਨਾਲ ਕਰਵਾਈ ਜਾ ਰਹੀ ਹੈ, ਠੀਕ ਹੈ, ਤਾਂ ਉੱਥੇ ਕੀ ਹੋਏਗਾ, ਬੱਚੇ ਵਿੱਚ ਇੰਪਰੂਵਮੈਂਟਸ ਦੇਖਣ ਨੂੰ ਮਿਲਣਗੀਆਂ। ਅਗਰ ਲਾਪਰਵਾਹੀ ਵਰਤੀ ਜਾ ਰਹੀ ਤਾਂ ਹੋ ਸਕਦਾ ਉਹ ਵਿਗੜ ਵੀ ਜਾਵੇ, ਠੀਕ ਹੈ। ਤਾਂ ਇੱਦਾਂ ਨਹੀਂ ਕਿ ਬਿਲਕੁਲ ਠੀਕ ਹੋ ਜਾਏਗੀ, ਬਟ ਇਸ ਨੂੰ ਚੇਂਜ ਕੀਤਾ ਜਾ ਸਕਦਾ, ਸੁਧਾਰ ਕੀਤਾ ਜਾ ਸਕਦਾ। ਸੋ ਦਿਸ ਇਜ਼ ਅ ਵੇਰੀਏਬਲ ਸਟੇਟ ਜਿਹਦੇ ਵਿੱਚ ਚੇਂਜਸ ਹੋ ਸਕਦੇ ਨੇ, ਠੀਕ ਹੈ ਜੀ। ਤਾਂ ਬਿਲਕੁਲ ਜੋ ਸੀ ਆਪਸ਼ਨ ਹੋਏਗਾ ਉਹ ਆਪਣਾ ਰਾਈਟ ਆਪਸ਼ਨ ਹੋਏਗਾ। ਅੱਗੇ ਅਗਰ ਆਪਾਂ ਗੱਲ ਕਰੀਏ 13th ਕੁਐਸਚਨ ਦੀ, ਉਹ ਹੈ ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਸਾਈਨ ਆਫ ਰੀਡਿੰਗ ਡਿਫੀਕਲਟੀ। ਇਹਨਾਂ ਵਿੱਚੋਂ ਕਿਹੜਾ ਰੀਡਿੰਗ ਡਿਫੀਕਲਟੀ ਦਾ ਇੱਕ ਸਾਈਨ ਨਹੀਂ ਹੈ ਅਮੰਗ ਯੰਗ ਲਰਨਰਸ, ਠੀਕ ਹੈ। ਤਾਂ ਦੇਖ ਲੈਂਦੇ ਹਾਂ ਡਿਫੀਕਲਟੀ ਇਨ, ਇਸ ਚੀਜ਼ ਨੂੰ ਧਿਆਨ 'ਚ ਰੱਖਿਓ, ਕਿਹੜਾ ਸਾਈਨ ਨਹੀਂ ਹੈ ਉਹ ਦੱਸਣਾ। ਹੁਣ ਇਸ ਤੋਂ ਪਹਿਲਾਂ ਉੱਪਰੋਂ ਲਿਖਿਆ ਹੋਇਆ ਡਿਫੀਕਲਟੀ ਇਨ ਰੀਡਿੰਗ ਸਪੀਡ। ਹੁਣ ਦੇਖੋ ਅਗਰ ਰੀਡਿੰਗ ਡਿਸਆਰਡਰ ਦੀ ਗੱਲ ਕੀਤੀ ਗਈ ਹੈ ਤਾਂ ਡਿਫੀਕਲਟੀ ਤਾਂ ਹੋਏਗੀ ਨਾ ਰੀਡਿੰਗ ਸਪੀਡ ਇਨਫਲੂਐਂਸ ਦੇ ਵਿੱਚ, ਮਤਲਬ ਬੱਚਾ ਸਪੀਡ ਨਾਲ ਨਹੀਂ ਪੜ੍ਹ ਪਾ ਰਿਹਾ, ਠੀਕ ਹੈ ਜੀ, ਇੱਕ ਵੇ ਦੇ ਨਾਲ ਇੱਕ ਪੂਰਾ ਫਲੋ ਬਣਾ ਕੇ ਨਹੀਂ ਪੜ੍ਹ ਪਾ ਰਿਹਾ, ਤਾਂ ਮਤਲਬ ਤਾਂ ਉਹਨੂੰ ਆਪਾਂ ਕਹਿ ਸਕਦੇ ਕਿ ਸਿੰਪਟਮ ਹੋ ਗਿਆ, ਠੀਕ ਹੈ ਜੀ। ਤਾਂ ਇਹ ਆਪਸ਼ਨ ਤਾਂ ਨਹੀਂ ਹੋਏਗਾ। ਸੈਕਿੰਡ ਹੈ ਡਿਫੀਕਲਟੀ ਇਨ ਅੰਡਰਸਟੈਂਡਿੰਗ ਵਰਡਸ ਐਂਡ ਆਈਡੀਆਜ਼, ਕਿ ਬੱਚਾ ਸਹੀ ਤਰੀਕੇ ਨਾਲ ਵਰਡਸ ਅਤੇ ਆਈਡੀਆਜ਼ ਨੂੰ ਨਹੀਂ ਸਮਝ ਪਾ ਰਿਹਾ, ਠੀਕ ਹੈ। ਤਾਂ ਚਲੋ ਦੇਖਦੇ ਹਾਂ ਅੱਗੇ। ਸੀ ਆਪਸ਼ਨ ਕੀ ਹੈ ਡਿਫੀਕਲਟੀ ਇਨ ਸਪੈਲਿੰਗ। ਹੁਣ ਦੇਖੋ ਬੱਚੇ ਸਪੈਲਿੰਗ ਨੂੰ 100 ਨੂੰ ਵਾਸ ਪੜ੍ਹ ਰਿਹਾ ਹੈ, ਕਲੀਅਰ ਨੂੰ ਅਨਕਲੀਅਰ ਪੜ੍ਹ ਰਿਹਾ ਹੈ, ਤਾਂ ਉਹ ਚੀਜ਼ਾਂ ਮਤਲਬ ਸਪੈਲਿੰਗ ਦੇ ਵਿੱਚ ਬੱਚਾ ਕਿਤੇ ਨਾ ਕਿਤੇ ਕਨਫਿਊਜ਼ ਤਾਂ ਹੋ ਰਿਹਾ, ਠੀਕ ਹੈ। ਤਾਂ ਉਹ ਸੀ ਆਪਸ਼ਨ ਵੀ ਆਪਣਾ ਨਹੀਂ ਹੋਏਗਾ, ਕਿਉਂਕਿ ਇਹ ਵੀ ਇੱਕ ਸਿੰਪਟਮ ਹੈ। ਇੱਥੇ ਗੱਲ ਕੀਤੀ ਗਈ ਹੈ ਨੋਟ ਦੀ, ਠੀਕ ਹੈ। ਲੈਟਰ ਡਿਫੀਕਲਟੀ ਇਨ ਲੈਟਰ ਐਂਡ ਵਰਡ ਰਿਕੋਗਨਾਈਜੇਸ਼ਨ, ਤਾਂ ਵਰਡ ਅਤੇ ਲੈਟਰਸ ਨੂੰ ਸਹੀ ਤਰੀਕੇ ਨਾਲ ਇੱਕ ਸੀਕੁਐਂਸ ਦੇ ਵਿੱਚ ਜਾਂ ਰਿਕੋਗਨਾਈਜ਼ ਨਹੀਂ ਕਰ ਪਾ ਰਿਹਾ, ਠੀਕ ਹੈ। ਤਾਂ ਬਿਲਕੁਲ ਇਹ ਵੀ ਕੀ ਹੋਏਗਾ, ਸਿੰਪਟਮ ਹੋਏਗਾ, ਠੀਕ ਹੈ। ਮਤਲਬ ਕੀ ਹੈ ਬੀ ਆਪਸ਼ਨ ਆਪਣਾ ਰਾਈਟ ਕਿਵੇਂ ਹੋ ਗਿਆ, ਡਿਫੀਕਲਟੀ ਇਨ ਅੰਡਰਸਟੈਂਡਿੰਗ ਵਰਡ ਐਂਡ ਆਈਡੀਆਜ਼। ਹੁਣ ਬੱਚਾ ਪੜ੍ਹ ਨਹੀਂ ਸਹੀ ਤਰੀਕੇ ਨਾਲ ਪਾ ਰਿਹਾ, ਪਰ ਜੇਕਰ ਉਸਨੂੰ ਆਪਾਂ ਉਹ ਵਰਡ ਬੋਲ ਕੇ ਦੱਸੀਏ ਤਾਂ ਉਸਨੂੰ ਸਮਝ ਤਾਂ ਸਕਦਾ ਹੈ ਨਾ, ਠੀਕ ਹੈ। ਪੜ੍ਹਨ ਅਤੇ ਸਮਝਣ ਦੇ ਵਿੱਚ ਤਾਂ ਡਿਫਰੈਂਸ ਆ ਗਿਆ ਨਾ। ਹੁਣ ਮੈਂ ਤੁਹਾਨੂੰ ਇੱਥੇ ਕਹਿ ਦੇਵਾਂ ਕਿ ਇਹ ਸਾਹ ਹੈ,
ठीक है। हो सकता है कि कोई स्टूडेंट इसनूं ना पढ़ पा रहा होवे, ठीक है, बट अगर मैं उसनूं कहां कि सा दा मतलब हुंदा वेखना, ठीक है, तो वो इस चीज़ ਨੂੰ ਸਮਝ ਤਾਂ ਲਏਗਾ ਨਾ, ਮੀਨਿੰਗ ਤਾਂ ਉਸਨੂੰ ਸਮਝ ਆ ਜਾਏਗਾ, ਠੀਕ ਹੈ। ਤਾਂ ਵਰਡਸ ਨੂੰ ਸਮਝਣ ਤੇ ਆਈਡੀਆਜ਼ ਦਾ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਪਰ ਕੋਈ ਇਫੈਕਟ ਨਹੀਂ ਪਏਗਾ, ਠੀਕ ਹੈ। ਪੜ੍ਹਨ ਦੇ ਵਿੱਚ ਪ੍ਰੋਬਲਮ ਹੈ, ਉਸਨੂੰ ਸਮਝਣ ਦੇ ਵਿੱਚ ਨਹੀਂ। ਤਾਂ ਬਿਲਕੁਲ ਜੋ ਬੀ ਆਪਸ਼ਨ ਹੋਏਗਾ ਉਹ ਕੀ ਹੋਏਗਾ, ਰਾਈਟ ਆਪਸ਼ਨ ਹੋਏਗਾ ਇੱਥੇ ਆਪਣਾ, ਅੰਡਰਸਟੈਂਡਿੰਗ ਵਰਡਸ ਐਂਡ ਆਈਡੀਆਜ਼। ਕਲੀਅਰ। ਚਲੋ ਦੇਖਦੇ ਹਾਂ ਫਿਰ ਅੱਗੇ ਵੱਧਦੇ ਹਾਂ। 14th ਕੀ ਹੈ, ਇਫ ਦੇयर ਇਜ਼ ਅ ਲਰਨਿੰਗ ਡਿਸੇਬਲ ਚਾਈਲਡ ਇਨ ਯੂਰ ਕਲਾਸ ਦੈਨ ਵਟ ਵਿਲ ਯੂ ਡੂ। ਇਹਨਾਂ ਦੇ ਵਿੱਚੋਂ ਅਗਰ ਕੋਈ ਮਤਲਬ ਅਗਰ ਗੱਲ ਕਰੀਏ ਕਿ ਕੋਈ ਲਰਨਿੰਗ ਡਿਸੇਬਲ ਚਾਈਲਡ ਆਪਣੇ ਕਲਾਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਤਾਂ ਆਪਾਂ ਨੂੰ ਕਿਸ ਤਰੀਕੇ ਦਾ ਬਿਹੇਵੀਅਰ ਕਰਨਾ ਚਾਹੀਦਾ ਹੈ। ਡੂ ਨਾਟ ਪੇ ਅਟੈਂਸ਼ਨ ਟੂ ਹਿਮ, ਇਹ ਤਾਂ ਬਹੁਤ ਗਲਤ ਬਿਹੇਵੀਅਰ ਹੋ ਗਿਆ। ਇਹ ਕਿੱਦਾਂ ਦਾ ਬਿਹੇਵੀਅਰ ਹੋ ਗਿਆ ਕਿ ਅਟੈਂਸ਼ਨ ਹੀ ਨਾ ਦਿਓ ਸਟੂਡੈਂਟ ਨੂੰ, ਸੋ ਇਹ ਤਾਂ ਬਿਲਕੁਲ ਰੋਂਗ ਹੋ ਗਿਆ। ਟਰਾਈ ਟੂ ਫਾਈਂਡ ਆਊਟ ਹਿਜ਼ ਹਰ ਟਾਈਪ ਆਫ ਡਿਸੇਬਿਲਿਟੀ ਐਂਡ ਮੇਕ ਐਫਰਟਸ ਟੂ ਟੀਚ ਹਿਮ, ਠੀਕ ਹੈ। ਤਾਂ ਕੁਝ ਸਹੀ ਲੱਗ ਰਿਹਾ ਕਿ ਆਪਾਂ ਨੂੰ ਉਸਦੇ ਕਿਸ ਟਾਈਪ ਦੀ ਡਿਸੇਬਿਲਿਟੀ ਤੋਂ ਸਫਰ ਕਰ ਰਿਹਾ ਪਹਿਲਾਂ ਉਸਨੂੰ ਫਾਈਂਡ ਆਊਟ ਕਰੋ ਅਤੇ ਉਸਨੂੰ ਟੀਚ ਕਰਨ ਦੇ ਉੱਪਰ ਆਪਣੇ ਐਫਰਟਸ ਲਗਾਓ, ਮਤਲਬ ਕੁਛ ਵਧੀਆ ਸਟੂਡੈਂਟ ਲਈ ਕਰਨ ਦੀ ਕੋਸ਼ਿਸ਼ ਕਰੋ। ਟੀਚ ਹਿਜ਼ ਐਕਸਟਰਾ ਕਲਾਸ, ਸੌਰੀ ਟੇਕ ਹਿਜ਼ ਐਕਸਟਰਾ ਕਲਾਸ। ਐਕਸਟਰਾ ਕਲਾਸਿਸ ਨਾਲ ਕੀ ਹੋਏਗਾ, ਅਗਰ ਤੁਸੀਂ ਬੱਚੇ ਨੂੰ ਬਿਲਕੁਲ ਉਸ ਤਰੀਕੇ ਨਾਲ ਪੜ੍ਹਾ ਰਹੇ ਹੋ ਜਿਸ ਤਰੀਕੇ ਨਾਲ ਉਸਨੂੰ ਕੁਝ ਸਿੱਖਣ ਨੂੰ ਹੀ ਨਹੀਂ ਮਿਲ ਰਿਹਾ ਤਾਂ ਐਕਸਟਰਾ ਕਲਾਸ ਵੀ ਕੀ ਕਰ ਲੇਗੀ, ਰਾਈਟ। ਤਾਂ ਉਸੀ ਆਪਸ਼ਨ ਤਾਂ ਨਹੀਂ ਹੋਏਗਾ, ਐਕਸਟਰਾ ਕਲਾਸ ਦਾ ਤਾਂ ਕੋਈ ਲੌਜਿਕ ਨਹੀਂ ਹੈ ਇੱਥੇ। ਮੇਕ ਹਿਜ਼ ਹਰ ਸੀਟਿੰਗ ਅਰੇਂਜਮੈਂਟ ਵਿਦ ਐਨ ਇੰਟੈਲੀਜੈਂਟ ਸਟੂਡੈਂਟ, ਕਿਸੇ ਇੰਟੈਲੀਜੈਂਟ ਸਟੂਡੈਂਟ ਨਾਲ ਬਿਠਾ ਕੇ ਮਤਲਬ ਉਹ ਚੀਜ਼ ਨਹੀਂ ਹੋਏਗੀ। ਆਪਾਂ ਨੂੰ ਜੋ ਬਿਲਕੁਲ ਸਹੀ ਆਪਸ਼ਨ ਹੈ ਤੇ ਸਾਫ਼ ਨਜ਼ਰ ਆ ਰਿਹਾ ਉਹ ਕੀ ਹੈ, ਬੀ। ਟਰਾਈ ਟੂ ਫਾਈਂਡ ਆਊਟ ਹਿਜ਼ ਹਰ ਟਾਈਪ ਆਫ ਡਿਸੇਬਿਲਿਟੀ ਐਂਡ ਮੇਕ ਐਫਰਟਸ ਟੂ ਟੀਚ ਹਿਮ, ਠੀਕ ਹੈ। ਉਸ ਕਿਉਂ ਕਰਨੇ ਚਾਹੀਦੇ ਨੇ, ਐਫਰਟਸ ਲਗਾਉਣੇ ਚਾਹੀਦੇ ਨੇ। ਤਾਂ ਬਿਲਕੁਲ ਰਾਈਟ ਆਪਸ਼ਨ ਕੀ ਹੋਏਗਾ, ਬੀ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ 15th ਕੁਐਸਚਨ ਆਪਾਂ ਇੱਥੇ ਦੇਖ ਪਾ ਰਹੇ ਹਾਂ, ਚਿਲਡਰਨ ਵਿਦ ਲਰਨਿੰਗ ਡਿਸੇਬਿਲਿਟੀ। ਦੇਖਦੇ ਹਾਂ ਕਿ ਆਪਸ਼ਨ ਦਿੱਤੀਆਂ ਹੋਈਆਂ ਨੇ। ਕੈਨ ਨੋਟ ਲਰਨ ਐਨੀਥਿੰਗ, ਕਹਿੰਦੇ ਜਿਹੜੇ ਬੱਚੇ ਲਰਨਿੰਗ ਡਿਸੇਬਿਲਿਟੀ ਤੋਂ ਸਫਰ ਕਰ ਰਹੇ ਨੇ ਕਹਿੰਦੇ ਉਹ ਕੁਛ ਵੀ ਨਹੀਂ ਸਿੱਖ ਸਕਦੇ। ਕੈਨ ਨੋਟ ਲਰਨ ਐਨੀਥਿੰਗ, ਤਾਂ ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਇੱਦਾਂ ਦੇ ਬਹੁਤ ਸਾਰੇ ਸਟੂਡੈਂਟ ਨੇ ਜੋ ਕਾਫੀ ਕੁਛ ਕਰ ਸਕਦੇ ਨੇ, ਠੀਕ ਹੈ। ਤਾਂ ਬਿਲਕੁਲ ਇਹ ਤਾਂ ਆਪਸ਼ਨ ਰੋਂਗ ਹੋ ਗਿਆ, ਠੀਕ ਹੈ, ਕਿ ਕੁਛ ਵੀ ਨਹੀਂ ਕਰ ਸਕਦੇ, ਇੱਦਾਂ ਦੀ ਸੋਚ ਹੀ ਗਲਤ ਹੈ, ਠੀਕ ਹੈ। ਤਾਂ ਇਹ ਆਪਸ਼ਨ ਕੀ ਹੋਏਗਾ, ਗਲਤ ਹੋਏਗਾ। ਬੀ ਐ ਸਟਰਗਲ ਵਿਦ ਸਮ ਅਸਪੈਕਟਸ ਆਫ ਲਰਨਿੰਗ, ਠੀਕ ਹੈ। ਤਾਂ ਲਰਨਿੰਗ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕਾਫੀ ਅਸਪੈਕਟਸ ਨਾਲ ਕੀ ਕਰਨਾ ਪੈਂਦਾ, ਸਟਰਗਲ ਕਰਨਾ ਪੈਂਦਾ। ਇੱਦਾਂ ਨਹੀਂ ਹੈ ਕਿ ਉਹ ਕੁਛ ਕਰ ਨਹੀਂ ਸਕਦੇ, ਬਟ ਉਹਨਾਂ ਨੂੰ ਜੋ ਪ੍ਰੋਬਲਮ ਹੈ ਉਹ ਬਾਕੀ ਸਟੂਡੈਂਟਸ ਦੇ ਕੰਪੈਰੀਜ਼ਨ ਜ਼ਿਆਦਾ ਉਹਨਾਂ ਨੂੰ ਫੇਸ ਕਰਨੀ ਪੈਂਦੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਸਟਰਗਲ ਉਹਨਾਂ ਨੂੰ ਜ਼ਿਆਦਾ ਕਰਨਾ ਪੈਂਦਾ। ਤਾਂ ਕੁਛ ਕੁ ਸਹੀ ਲੱਗ ਰਿਹਾ। ਥਰਡ ਦੇਖਦੇ ਹਾਂ, ਐਜ਼ ਵੈਰੀ ਐਕਟਿਵ ਬਟ ਹੈਵ ਅ ਲੋ IQ, ਕਹਿੰਦੇ ਬਹੁਤ ਜ਼ਿਆਦਾ ਐਕਟਿਵ ਹੁੰਦੇ ਨੇ ਬਟ IQ ਲੈਵਲ ਲੋ ਹੁੰਦਾ। ਇੱਦਾਂ ਥੋੜ੍ਹੀ ਹੁੰਦਾ। ਹੁਣ ਬਹੁਤ ਸਾਰੀ ਇੱਦਾਂ ਦੀਆਂ ਡਿਸੇਬਿਲਿਟੀਜ਼ ਨੇ ਜਿਹਦੇ ਵਿੱਚ IQ ਲੈਵਲ ਤਾਂ ਅੱਛਾ, ਕੀ ਪਤਾ ਉਹ ਸਟੂਡੈਂਟ ਐਕਟਿਵ ਹੈ ਜਾਂ ਨਹੀਂ ਹੈ, ਠੀਕ ਹੈ। ਤਾਂ ਇਹਦਾ ਤਾਂ ਕੋਈ ਉਹ ਨਹੀਂ ਹੈ, ਗਲਤ ਹੋ ਗਿਆ ਇਹ ਵੀ ਆਪਸ਼ਨ। ਸੀ ਆਪਸ਼ਨ ਇਜ਼ ਆਲਸੋ ਨੋਟ ਰਾਈਟ। ਡੀ ਦੀ ਅਗਰ ਆਪਾਂ ਗੱਲ ਕਰੀਏ, ਐਜ਼ ਵੈਰੀ ਵਾਈਜ਼ ਐਂਡ ਮੈਚਿਓਰ ਨਹੀਂ ਕਵਾਂਗੇ। ਚਾਈਲਡ ਆਪਣੀ ਜੋ ਮੈਚਿਓਰਟੀ ਹੈ ਉਹ ਆਪਣੀ ਲਰਨਿੰਗ ਦੇ ਨਾਲ ਨਾਲ ਆਪਣੇ ਐਕਸਪੀਰੀਅੰਸ ਦੇ ਨਾਲ ਨਾਲ ਉਹ ਮੈਚਿਓਰ ਹੁੰਦਾ ਜਾਂਦਾ ਹੈ। ਸੋ ਇੱਦਾਂ ਨਹੀਂ ਕਿਹਾ ਜਾ ਸਕਦਾ ਕਿ ਉਹ ਕਾਫੀ ਮੈਚਿਓਰ ਹੋਣਗੇ, ਠੀਕ ਹੈ। ਅਗਰ ਕਿਤੇ ਨਾ ਕਿਤੇ ਡਿਸੇਬਿਲਿਟੀ, ਬ੍ਰੇਨ ਡਿਸੇਬਿਲਿਟੀ ਜਾਂ ਫਿਰ ਬ੍ਰੇਨ ਡਿਵੈਲਪਮੈਂਟ ਉਹਨਾਂ ਦਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤਾਂ ਸ਼ਾਇਦ ਮੈਚਿਓਰਟੀ ਲੈਵਲ ਉਹਨਾਂ ਦਾ ਬਾਕੀਆਂ ਦੇ ਕੰਪੈਰੀਜ਼ਨ ਥੋੜ੍ਹਾ ਜਿਹਾ ਘੱਟ ਹੋਵੇ। ਤਾਂ ਬੀ ਆਪਸ਼ਨ ਇੱਥੇ ਕੀ ਹੈ, ਸਹੀ ਬੈਠੇਗਾ। ਉਹ ਕੀ ਹੋਏਗਾ, ਸਟਰਗਲ ਵਿਦ ਸਮ ਐਸਪੈਕਟਸ ਆਫ ਲਰਨਿੰਗ। ਤਾਂ ਬਿਲਕੁਲ ਲਰਨਿੰਗ ਉਹ ਕਰ ਰਹੇ ਨੇ ਬਟ ਉਹਨਾਂ ਨੂੰ ਜੋ ਬਾਕੀ ਕੰਪੈਰੀਜ਼ਨ ਅਗਰ ਗੱਲ ਕਰੀਏ ਚਿਲਡਰਨਸ ਦੇ ਤਾਂ ਸਟਰਗਲ ਥੋੜ੍ਹਾ ਜਿਹਾ ਜ਼ਿਆਦਾ ਕਰਨਾ ਪੈਂਦਾ ਹੈ, ਠੀਕ ਹੈ ਜੀ। ਬਹੁਤ ਸਾਰੇ ਇੱਦਾਂ ਦੇ ਐਸਪੈਕਟਸ ਹੁੰਦੇ ਨੇ, ਕੋਈ ਡਿਫਰੈਂਟ ਡਿਸੇਬਿਲਿਟੀ ਵਾਲੇ ਸਟੂਡੈਂਟਸ ਨੂੰ ਡਿਫਰੈਂਟ ਐਸਪੈਕਟਸ ਨਾਲ ਕੀ ਕਰਨਾ ਪੈਂਦਾ, ਸਟਰਗਲ ਕਰਨਾ ਪੈਂਦਾ। ਸੋ ਨੋ ਡਾਊਟ ਬੀ ਆਪਸ਼ਨ ਕੀ ਹੋਏਗਾ, ਰਾਈਟ ਹੋਏਗਾ। 16 ਕੁਐਸਚਨ ਦੀ ਅਗਰ ਆਪਾਂ ਗੱਲ ਕਰੀਏ, 16 ਕੁਐਸਚਨ ਹੈ ਅ ਡਿਸਆਰਡਰ ਰਿਲੇਟਡ ਟੂ ਲੈਂਗੁਏਜ। ਹੁਣ ਲੈਂਗੁਏਜ ਦੇ ਨਾਲ ਜੋ ਰਿਲੇਟਡ ਕੰਪਰੀਹੈਂਸ਼ਨ, ਮਤਲਬ ਜੋ ਲੈਂਗੁਏਜ ਨੂੰ ਸਮਝਣ ਦੀ ਗੱਲ ਕਰ ਰਹੇ ਨੇ ਇੱਥੇ, ਲੈਂਗੁਏਜ ਕੰਪਰੀਹੈਂਸ਼ਨ ਦੇ ਨਾਲ ਰਿਲੇਟਡ ਜੋ ਡਿਸਆਰਡਰ ਉਸਨੂੰ ਆਪਾਂ ਕੀ ਬੋਲਦੇ ਹਾਂ, ਬਿਲਕੁਲ ਜੀ ਸਿੰਪਲ ਜੀ ਗੱਲ ਹੈ, ਅਪਰੈਕਸੀਆ। ਇੱਦਾਂ ਦੀ ਤਾਂ ਕੋਈ ਡਿਸੇਬਿਲਿਟੀ ਆਪਾਂ ਪੜ੍ਹੀ ਹੀ ਨਹੀਂ, ਅਪਰੈਕਸੀਆ, ਠੀਕ ਹੈ। ਤਾਂ ਇਹ ਜਸਟ ਕਨਫਿਊਜ਼ਨ ਲਈ ਹੈ ਕਿਉਂਕਿ ਅਪਰੈਕਸੀਆ ਤਾਂ ਆਪਾਂ ਦੇਖਿਆ ਹੀ ਨਹੀਂ, ਰਾਈਟ। ਤਾਂ ਡਿਸਲੈਕਸੀਆ ਬਿਲਕੁਲ ਨਹੀਂ, ਡਿਸਲੈਕਸੀਆ ਕੀ ਹੈ, ਰੀਡਿੰਗ ਡਿਸਆਰਡਰ ਹੈ, ਠੀਕ ਹੈ ਜੀ। ਅਫੇਜ਼ੀਆ, ਤਾਂ ਬਿਲਕੁਲ ਜੋ ਲੈਂਗੁਏਜ ਡਿਸਆਰਡਰ ਦੀ ਆਪਾਂ ਗੱਲ ਕਰਦੇ ਸੀ ਉਹ ਕਿਹੜੀ ਹੈ, ਅਫੇਜ਼ੀਆ ਜਾਂ ਡਿਸਫੇਜ਼ੀਆ ਅਗਰ ਹੁੰਦਾ ਇੱਥੇ ਤਾਂ ਠੀਕ ਹੈ। ਅਫੇਜ਼ੀਆ ਦੀ ਜਗ੍ਹਾ ਅਗਰ ਡਿਸਫੇਜ਼ੀਆ ਵੀ ਹੁੰਦਾ ਤਾਂ ਬਿਲਕੁਲ ਉਹ ਵੀ ਰਾਈਟ ਆਪਸ਼ਨ ਹੋਣਾ ਸੀ, ਅਫੇਜ਼ੀਆ, ਔਰ ਡੀ ਤਾਂ ਹੋਏਗਾ ਹੀ ਨਹੀਂ, ਠੀਕ ਹੈ। ਤਾਂ ਸੀ ਆਪਸ਼ਨ ਇਜ਼ ਰਾਈਟ ਆਪਸ਼ਨ। ਨੈਕਸਟ ਅਗਰ ਆਪਾਂ ਗੱਲ ਕਰੀਏ 17th ਕੁਐਸਚਨ ਦੀ, ਪਰਸਨ ਵਿਦ ਡਿਸੇਬਿਲਿਟੀ ਐਕਟ ਅਪਲਾਈਡ ਇਨ ਡੈਸ਼ ਇਨ ਆਲ ਇੰਡੀਆ, ਠੀਕ ਹੈ। ਕਿ ਜੋ ਪਰਸਨ ਵਿਦ ਡਿਸੇਬਿਲਿਟੀ ਐਕਟ ਜੋ ਕਿ ਆਪਾਂ ਲਾਸਟ ਵੀਡੀਓ ਦੇ ਵਿੱਚ ਕੀਤੇ ਸੀ ਡਿਸੇਬਿਲਿਟੀ ਐਕਟਸ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਪਰਸਨ ਵਿਦ ਡਿਸੇਬਿਲਿਟੀ ਐਕਟ ਹੈ ਉਹ 1995 ਦੇ ਵਿੱਚ ਬਣਿਆ ਸੀ, ਬਟ ਇੱਥੇ ਕੁਐਸਚਨ ਕੀ ਕੀਤਾ ਗਿਆ, ਅਪਲਾਈਡ ਇਨ, ਕਿ ਅਪਲਾਈ ਕਦੋਂ ਕੀਤਾ ਗਿਆ ਸੀ। ਉਹ ਅਪਲਾਈ ਕੀਤਾ ਗਿਆ ਸੀ 1996 ਦੇ ਵਿੱਚ, ਠੀਕ ਹੈ। ਡੇਟ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ, 7 ਫੈਬ ਨੂੰ ਅਪਲਾਈ ਕੀਤਾ ਗਿਆ ਸੀ, ਠੀਕ ਹੈ। ਤਾਂ ਬਿਲਕੁਲ ਜੋ ਇੱਥੇ ਰਾਈਟ ਆਪਸ਼ਨ ਹੈ ਉੱਥੇ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਤੁਹਾਡਾ ਰਾਈਟ ਆਪਸ਼ਨ ਕੀ ਹੋਏਗਾ, ਬੀ ਹੋਏਗਾ। 1996 ਦੇ ਵਿੱਚ ਜੋ ਪਰਸਨ ਵਿਦ ਡਿਸੇਬਿਲਿਟੀ ਐਕਟ ਆ ਉਹ ਅਪਲਾਈ ਕੀਤਾ ਗਿਆ ਸੀ ਆਲ ਇੰਡੀਆ ਦੇ ਵਿੱਚ। ਬਣਿਆ ਕਦੋਂ ਸੀ, 1995 ਦੇ ਵਿੱਚ,
ਨੈਕਸਟ ਅਗਰ ਆਪਾਂ ਗੱਲ ਕਰੀਏ ਵਿਚ ਆਫ ਦ ਫੋਲੋਇੰਗ ਡਿਸੇਬਿਲਿਟੀ ਇਨਕਲੂਡ ਇਨ ਪਰਸਨ ਵਿਦ ਡਿਸੇਬਿਲਿਟੀ ਐਕਟ, ਕਹਿੰਦੇ ਇਹਨਾਂ ਚਾਰਾਂ ਵਿੱਚੋਂ ਕਿਹੜੀ ਡਿਸੇਬਿਲਿਟੀ ਇਨਕਲੂਡ ਹੈਗੀ ਸੀ ਕਿਹਦੇ ਵਿੱਚ, ਪਰਸਨ ਵਿਦ ਡਿਸੇਬਿਲਿਟੀ ਐਕਟ। ਤਾਂ ਐਕਟ ਦਾ ਨੇਮ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਹੁਣ ਇਹ ਉਹ ਐਕਟ ਹੈ ਜਿਹਦੇ ਵਿੱਚ 7 ਡਿਸੇਬਿਲਿਟੀਜ਼ ਦੇ ਵਿੱਚ ਸੀਗੀਆਂ, ਜੋ ਕਿ 1996 ਦੇ ਵਿੱਚ ਬਣਿਆ ਸੀ, ਤਾਂ ਉਹਦੇ ਵਿੱਚ 7 ਡਿਸੇਬਿਲਿਟੀਜ਼ ਸੀਗੀਆਂ, ਠੀਕ ਹੈ। ਤਾਂ ਦੇਖਦੇ ਹਾਂ ਇਹਨਾਂ ਚਾਰਾਂ ਵਿੱਚੋਂ ਕਿਹੜੀ ਡਿਸੇਬਿਲਿਟੀ ਉਹਦੇ ਵਿੱਚ ਹੈਗੀ ਸੀ। ਡਾਰਫਿਜ਼ਮ ਮਤਲਬ ਬੋਨਾਪਨ, ਮਤਲਬ ਜਿਨ੍ਹਾਂ ਦੀ ਹਾਈਟ ਬਹੁਤ ਜ਼ਿਆਦਾ ਛੋਟੀ ਹੁੰਦੀ ਹੈ, ਠੀਕ ਹੈ, ਤਾਂ ਬਿਲਕੁਲ ਇਹ ਤਾਂ ਉਹਦੇ ਵਿੱਚ ਇਨਕਲੂਡ ਨਹੀਂ ਸੀਗੀ। ਲੋਕੋਮੋਟਰ ਡਿਸੇਬਿਲਿਟੀ, ਲੋਕੋਮੋਟਰ ਡਿਸੇਬਿਲਿਟੀ ਪਾਰਟ ਸੀਗੀ ਕਿਹਦਾ, ਪਰਸਨ ਵਿਦ ਡਿਸੇਬਿਲਿਟੀ ਐਕਟ ਦਾ, ਠੀਕ ਹੈ। ਸੈਰੇਬਲ ਪਾਲਿਸੀ ਜਾਂ ਫਿਰ ਐਸਿਡ ਅਟੈਕ, ਇਹ ਦੋਨੋਂ ਵੀ ਕਿਹਦੇ ਵਿੱਚ ਸੀਗੀਆਂ, ਜਿਹੜੇ ਬਾਕੀ ਦੀਆਂ 3 ਡਿਸੇਬਿਲਿਟੀਜ਼ ਨੇ ਇਹ ਸੀਗੀਆਂ ਦਾ ਰਾਈਟ ਆਫ ਦਾ ਪਰਸਨ ਵਿਦ ਡਿਸੇਬਿਲਿਟੀਜ਼, ਜੋ ਕਿ 2016 ਦੇ ਵਿੱਚ ਬਣਿਆ ਸੀ, ਔਰ ਜਿਹਦੇ ਵਿੱਚ 21 ਡਿਸੇਬਿਲਿਟੀਜ਼ ਨੂੰ ਲਿਆ ਗਿਆ ਸੀ, ਠੀਕ ਹੈ। ਤਾਂ ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖੋ, ਤਾਂ ਇੱਦਾਂ ਦੇ ਕੁਐਸਚਨ ਨੇ ਜੋ ਐਕਟ ਦੇ ਅਕੋਰਡਿੰਗ ਬਣ ਜਾਂਦੇ ਨੇ, ਇੰਪੋਰਟੈਂਟ ਨੇ। 19th ਦੀ ਅਗਰ ਗੱਲ ਕਰੀਏ, ਦ ਰਾਈਟ ਆਫ ਦ ਪਰਸਨ ਵਿਦ ਡਿਸੇਬਿਲਿਟੀ ਬਿਲ 2016 ਹੈਜ਼ ਡੈਸ਼ ਨੰਬਰ ਆਫ ਡਿਸੇਬਿਲਿਟੀਜ਼। ਹੁਣੀ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ 2016 ਦੇ ਵਿੱਚ ਇਹ ਬਿੱਲ ਬਣਿਆ ਸੀ, ਔਰ ਇਹਦੇ ਵਿੱਚ ਕਿੰਨੀਆਂ ਡਿਸੇਬਿਲਿਟੀਜ਼ ਨੂੰ ਲਿਆ ਗਿਆ ਸੀ, 21 ਡਿਸੇਬਿਲਿਟੀਜ਼ ਨੂੰ ਲਿਆ ਗਿਆ ਸੀ। ਤਾਂ ਬਿਲਕੁਲ ਜੋ ਆਪਣਾ ਰਾਈਟ ਆਪਸ਼ਨ ਹੋਏਗਾ ਉਹ ਹੋਏਗਾ ਸੀ 21, ਠੀਕ ਹੈ ਜੀ। ਤਾਂ ਰਾਈਟ ਵਿਦ, ਹੁਣ ਦੁਬਾਰਾ ਦੱਸ ਰਹੀ ਹਾਂ ਕਿ ਇਸ ਐਕਟ ਦੇ ਵਿੱਚ 21 ਡਿਸੇਬਿਲਿਟੀਜ਼ ਸੀ, ਔਰ ਦ ਪਰਸਨ ਵਿਦ ਡਿਸੇਬਿਲਿਟੀ ਦੇ ਵਿੱਚ ਕਿੰਨੇ ਸੀ, 7 ਡਿਸੇਬਿਲਿਟੀਜ਼ ਸੀਗੀਆਂ, ਠੀਕ ਹੈ। ਕਿਹੜੀਆਂ ਸੀ ਉਹ ਵੀ ਆਪਾਂ ਕਰ ਚੁੱਕੇ ਡਿਟੇਲ ਦੇ ਵਿੱਚ, ਤੁਸੀਂ ਵੀਡੀਓਜ਼ ਨੂੰ ਦੇਖ ਸਕਦੇ ਹੋ, ਯਾਦ ਕਰ ਸਕਦੇ ਹੋ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਇਜ਼ ਅ ਪਾਰਟ ਆਫ, ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦਿੱਤੀ ਗਈ ਸੀ, ਠੀਕ ਹੈ। ਇਹ ਕਿਹੜੀ ਡਿਸੇਬਿਲਿਟੀ ਦੇ ਵਿੱਚ ਸੀ, ਪਰਸਨ ਵਿਦ ਡਿਸੇਬਿਲਿਟੀ ਐਕਟ, ਠੀਕ ਹੈ। ਬਿਲਕੁਲ ਨਹੀਂ, ਇਹਦੇ ਵਿੱਚ ਤਾਂ ਕਿਹਾ ਗਿਆ ਸੀ ਕਿ ਜਿਹੜੇ ਬੱਚੇ ਡਿਸੇਬਲ ਨੇ ਉਹਨਾਂ ਨੂੰ ਇਕੁਅਲ ਰਾਈਟਸ ਦੇਣੇ ਚਾਹੀਦੇ ਨੇ, ਔਰ ਉਹਦੇ ਲਈ 7 ਡਿਸੇਬਿਲਿਟੀਜ਼ ਦਿੱਤੀਆਂ ਗਈਆਂ ਸੀ। ਦ ਰਾਈਟ ਪਰਸਨ ਆਫ ਵਿਦ ਡਿਸੇਬਿਲਿਟੀ, ਬਿਲਕੁਲ ਇਹ ਉਸੇ ਐਕਟ ਨੂੰ ਰੀਨਿਊ ਕੀਤਾ ਗਿਆ ਸੀ 2016 ਦੇ ਵਿੱਚ। ਸੋ ਇਹਦੇ ਵਿੱਚ 21 ਡਿਸੇਬਿਲਿਟੀ ਸੀ, ਇਹਦੇ ਵਿੱਚ ਵੀ ਫ੍ਰੀ ਔਰ ਕੰਪਲਸਰੀ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ ਗਈ ਸੀ। ਸੋ A ਤੇ B ਆਪਸ਼ਨ ਤਾਂ ਨਹੀਂ ਹੋਏਗਾ, ਠੀਕ ਹੈ। RTE ਐਕਟ 2009, ਬਿਲਕੁਲ ਇਸ ਐਕਟ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਹਰ ਇੱਕ ਸਟੂਡੈਂਟ ਨੂੰ ਇਕੁਅਲੀ ਜੋ 6 ਤੋਂ ਲੈ ਕੇ 18 ਸਾਲ ਤੱਕ ਦੇ ਹਰ ਬੱਚੇ ਨੂੰ ਕੰਪਲਸਰੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਅਗਰ ਕੋਈ ਇੱਦਾਂ ਦੇ ਪੇਰੈਂਟਸ ਨੇ ਜੋ ਨਹੀਂ ਪ੍ਰੋਵਾਈਡ ਕਰਵਾ ਸਕਦੇ ਤਾਂ ਉਹਨਾਂ ਲਈ ਫ੍ਰੀ ਐਜੂਕੇਸ਼ਨ ਇਹਨਾਂ ਨੇ ਪੂਰੀ ਫੈਸਿਲਿਟੀ ਦਿੱਤੀ ਗਈ ਸੀ। ਔਰ 1st ਤੋਂ ਲੈ ਕੇ 12th ਤੱਕ ਦੀ ਐਜੂਕੇਸ਼ਨ ਹਰ ਇੱਕ ਚਾਈਲਡ ਲਈ, ਫੀਮੇਲ ਲਈ, ਠੀਕ ਹੈ, ਹੋ ਗਈ ਸੀ, ਕੰਪਲਸਰੀ ਸੀ, ਠੀਕ ਹੈ ਜੀ। ਤਾਂ ਬਿਲਕੁਲ ਆਪਣਾ ਰਾਈਟ ਆਪਸ਼ਨ ਕੀ ਹੋਏਗਾ, C ਹੋਏਗਾ, D ਨਹੀਂ ਹੋਏਗਾ, ਨਨ ਆਫ ਉਹ ਤਾਂ ਆਏਗਾ ਹੀ ਨਹੀਂ। ਤਾਂ C ਆਪਸ਼ਨ ਇਹਦੇ ਵਿੱਚ ਕੀ ਹੈ, ਰਾਈਟ ਆਪਸ਼ਨ ਹੈ। ਕਲੀਅਰ। ਤਾਂ ਉਮੀਦ ਹੈ ਤੁਹਾਡੇ ਸਭ ਦੇ ਬਹੁਤ ਅੱਛੇ ਤਰੀਕੇ ਨਾਲ ਮਾਰਕਸ ਆਏ ਹੋਣਗੇ। 20 ਕੁਐਸਚਨ ਅੱਜ ਆਪਾਂ ਕਵਰ ਕੀਤੇ, ਜਿਹਦੇ ਨਾਲ ਆਪਣਾ ਜੋ ਲਰਨਿੰਗ ਡਿਸੇਬਿਲਿਟੀ ਟੌਪਿਕ ਆ ਉਹ ਵੀ ਕੰਪਲੀਟ ਹੁੰਦਾ। ਨੈਕਸਟ ਦੇਖਦੇ ਹਾਂ ਕਿਹੜਾ ਟੌਪਿਕ ਆਪਾਂ ਸਟਾਰਟ ਕਰਨਾ, ਥਿਊਰੀਜ਼ ਦੇਖਾਂਗੇ ਕਿਹੜੀ ਸਟਾਰਟ ਕਰਨੀਆਂ ਨੇ, ਤਾਂ ਦੇਖਦੇ ਹਾਂ। ਚਲੋ ਫਿਰ ਅੱਜ ਲਈ ਇੰਨਾ ਹੀ ਕਰਦੇ। ਜੇ ਪਸੰਦ ਆਇਆ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ, ਠੀਕ ਹੈ। ਅਤੇ ਚਲੋ ਫਿਰ ਸਟਾਰਟ ਕਰਦੇ ਹਾਂ ਨੈਕਸਟ ਟੌਪਿਕ ਨੂੰ ਨੈਕਸਟ ਵੀਡੀਓ ਦੇ ਵਿੱਚ। ਕਲੀਅਰ, ਥੈਂਕ ਯੂ।